ਜਿਹੜਾ ਹੁਣ ਟੌਪਿਕ ਅੱਜ ਸ਼ੁਰੂ ਕਰਨ ਲੱਗੇ ਇਹ ਹੈਗਾ ਮਲਟੀਪਲੀਕੇਸ਼ਨ ਆਫ ਟੂ ਵੈਕਟਰ। ਚੌਥਾ ਡਿਵੀਜ਼ਨ ਆਫ ਟੂ ਵੈਕਟਰ। ਤੇ ਵੈਕਟਰ ਦੀ ਡਿਵੀਜ਼ਨ ਨਹੀਂ ਹੁੰਦੀ। ਦੋ ਵੈਕਟਰ ਮਲਟੀਪਲਾਈ ਹੋ ਸਕਦੇ ਆ, ਦੋ ਵੈਕਟਰ ਐਡ ਹੋ ਸਕਦੇ ਆ, ਦੋ ਵੈਕਟਰ ਸਬਟ੍ਰੈਕਟ ਹੋ ਸਕਦੇ, ਪਰ ਅਸੀਂ ਕਹਿੰਦੇ ਦੋ ਵੈਕਟਰ ਡਿਵਾਈਡ ਨਹੀਂ ਹੁੰਦੇ ਬੇਟਾ, ਕਿਉਂਕਿ ਉਹ ਤੇ ਡਾਇਰੈਕਸ਼ਨ ਡਿਵਾਈਡ ਨਹੀਂ ਹੁੰਦੀ। ठीक है, डायरेक्शंस डिवाइड नहीं हो सकती, इस करके वेक्टर दी डिवीजन पॉसिबल नहीं होंगी। इन्नी गल क्लियर आ? यस सर। चल हुन तो दो वेक्टर नु मल्टीप्लाई करते हैं, ठीक है, ते मल्टीप्लिकेशन साडे कोल ओदी दो तरह दी आएगी बेटा। एक नु ਅਸੀਂ नाम दिंदे आ डॉट प्रोडक्ट, ठीक है, एक मेरे को आ जाएगी डॉट प्रोडक्ट ऑफ टू वेक्टर्स और एक अपने को आ जानी है क्रॉस प्रोडक्ट ऑफ टू वेक्टर्स। डॉट प्रोडक्ट का दूसरा नाम लिखिए ते उसे स्केलर प्रोडक्ट कहने हैं। इट्स कॉल्ड एज अ स्केलर प्रोडक्ट। और क्रॉस प्रोडक्ट जड़ी हुंदी है इसदा दूसरा नाम जे रखिए ते उसे कहने जी ये वेक्टर प्रोडक्ट है। ਇਹਦਾ ਮਤਲਬ ਕੀ ਹੈ ਬੇਟਾ? ਕਹਿੰਦਾ ਪੁੱਤ ਜਦੋਂ ਤੁਸੀਂ ਦੋ ਵੈਕਟਰ ਦੀ ਡਾਟ ਪ੍ਰੋਡਕਟ ਲੈਂਦੇ ਹੋ ਨਾ ਤੇ ਅਸੀਂ ਕਹਿੰਦੇ ਉਹਦਾ ਨਵਾਂ ਰਿਜ਼ਲਟ ਜਿਹੜਾ ਬਣਦਾ, ਨਵੀਂ ਕੁਆਂਟੀਟੀ ਜਿਹੜੀ ਬਣਦੀ ਆ ਉਹ ਮੇਰੇ ਕੋਲ ਵੈਕਟਰ ਨਹੀਂ ਬਣਦੀ, ਨਵੀਂ ਕੁਆਂਟੀਟੀ ਹਮੇਸ਼ਾ ਸਕੇਲਰ ਆਏਗੀ। ਪਰ ਜੇ ਦੋ ਵੈਕਟਰ ਦੀ ਮੈਂ ਕ੍ਰਾਸ ਪ੍ਰੋਡਕਟ ਲਿਖਾਂਗਾ ਤੇ ਉਹਦੇ ਰਿਜ਼ਲਟੈਂਟ ਕੁਆਂਟੀਟੀ ਇੱਕ ਨਵਾਂ ਵੈਕਟਰ ਬਣ ਜਾਏਗੀ। ਇਸ ਲਈ ਅਸੀਂ ਇਹਨੂੰ ਕਹਿੰਦੇ ਕਿ ਵੀ ਇਹ ਵੈਕਟਰ ਪ੍ਰੋਡਕਟ ਨੂੰ ਜਸਟੀਫਾਈ ਕਰਦੀ, ਵੈਕਟਰ ਦਾ ਰੂਲ ਇਹਦੇ ਤੇ ਅਪਲਾਈ ਆ। ਇਹਦੇ ਅੰਦਰ ਚੱਲੀਏ, ਪਹਿਲਾਂ ਆਪਾਂ ਗੱਲ ਇਹਦੀ ਕਰਾਂਗੇ ਸਾਰੀ, ਫਿਰ ਬਾਅਦ ਚ ਉਹਨੂੰ ਸ਼ੁਰੂ ਕਰਾਂਗੇ। ਜੇ ਆਪਾਂ ਆ ਡਿਫਾਈਨ ਕਰੀਏ ਕਿ ਤੁਹਾਡੇ ਕੋਲ ਦੋ ਵੈਕਟਰ ਗਿਵਨ ਆ, a ਵੈਕਟਰ ਡਾਟ b ਵੈਕਟਰ, ਠੀਕ ਹੈ, मतलब जो डॉट पाके चलांगे दो वेक्टर च मल्टीप्लिकेशन विद डॉट फॉर्म आ, ठीक है। तो जे क्रॉस का साइन पे चले तो ਅਸੀਂ ਕਹਿੰਦੇ ਜੀ क्रॉस प्रोडक्ट होएगी। डॉट प्रोडक्ट ਨੂੰ डिफाइन किदा करिए? इट इज द प्रोडक्ट ऑफ मैग्नीट्यूड ऑफ द फर्स्ट वेक्टर विद द कंपोनेंट ऑफ सेकंड वेक्टर, ठीक है, which lies in the direction of first vector। मैं फिर रिपीट कर रहा और ਇਹਦਾ मतलब ਕੀ ਆ ਆ ਸਮਝਿਓ। जे मेरे दो वेक्टर गिवन आ, ए वेक्टर मान लो सी इस लाइन पे शो ऑफ कर लिया, ठीक है, आ मेरा ए वेक्टर आ जाएगा ते बी वेक्टर तुसी इथों इंक्लाइंड दिखा दो, यानी बी वेक्टर कुछ एंगल दे उत्ते आ, ठीक है। तो कहना जी जदों तुसी एस सच आ डिफाइन करो कि भी ए वेक्टर ते बी वेक्टर दी डॉट प्रोडक्ट लिखनी आ, तो ओदा मतलब ये होएगा तुसी मैग्नीट्यूड ऑफ तुसी मल्टीप्लाई करना वा किनो किनो, कहना ए वेक्टर ਦਾ ਜਿਹੜਾ ਮੈਗਨੀਟਿਊਡ ਆ ਇਹਨੂੰ ਮਲਟੀਪਲਾਈ ਕਰੋ, ਕਿਹਦੇ ਨਾਲ ਕਰੋ? ਕਹਿੰਦਾ ਜੀ b ਵੈਕਟਰ ਦੇ ਉਸ ਕੰਪੋਨੈਂਟ ਨਾਲ ਕਰੋ ਜਿਹੜਾ a ਵੈਕਟਰ ਦੀ ਡਾਇਰੈਕਸ਼ਨ ਚ ਆ। ਮਤਲਬ ਇਹ ਹੋ ਗਿਆ ਕਿ ਮੈਨੂੰ b ਵੈਕਟਰ ਨੂੰ ਸਪਲਿਟ ਕਰਨਾ ਪਏਗਾ। ਆਪਾਂ ਕੱਲ ਰੈਜ਼ੋਲੂਸ਼ਨ ਪੜ੍ਹੀ ਆ ਕਿ ਜੇ ਮੈਂ b ਵੈਕਟਰ ਨੂੰ ਸਪਲਿਟ ਕਰਾਂ, ਜਿੱਧਰਲੇ ਪਾਸੇ ਵੈਕਟਰ ਐਂਗਲ ਬਣਾਉਂਦਾ, ਇਧਰਲੇ ਪਾਸੇ ਆਪਾਂ ਇੱਥੇ ਆ ਇਦਾਂ ਦੱਸਿਆ ਸੀ ਪੁੱਤ, ਕੱਲ ਵਾਲੇ ਦਿਮਾਗ ਚ ਲੈ ਕੇ ਆਈਓ ਕਿ ਇਹਨਾਂ ਦੋ ਦਾ ਰਿਲੇਸ਼ਨ cos ਥੀਟਾ ਨਾਲ ਬਣਦਾ, ਇਹਨਾਂ ਦੋ ਦਾ ਰਿਲੇਸ਼ਨ sin ਥੀਟਾ ਨਾਲ ਬਣਦਾ। ਇਹਦਾ ਮਤਲਬ ਇਹ ਹੋ ਗਿਆ ਇਸ ਸਾਈਡ ਨੂੰ b ਦਾ ਕੰਪੋਨੈਂਟ b cos ਥੀਟਾ ਆਏਗਾ और इस साइड में b ਦਾ ਕੰਪੋਨੈਂਟ ਜਿਹੜਾ ਮੇਰਾ b sin ਥੀਟਾ ਆਏਗਾ। ਕਿੰਨੀ ਗੱਲ ਸਮਝ ਲੱਗੀ? यस सर। यस सर। a वेक्टर डॉट b वेक्टर लिखना, जे मैं a वेक्टर डॉट b वेक्टर लिखना तो मैं आ लिखना चाह रहा a वेक्टर ਦਾ मैग्नीट्यूड ले लो ਤੇ ਕਿਸੇ ਵੈਕਟਰ ਦਾ ਜਦੋਂ ਕੱਲਾ मैग्नीट्यूड ਲਿਖ ਦੋ ਤੇ ਐਰੋ ਹੈਡ ਨਾ ਪਾਵੋ, ਠੀਕ ਹੈ। ਮਲਟੀਪਲਾਈ ਇਹਨੂੰ ਕਰੋ ਕਿਹਦੇ ਨਾਲ? ਜਿਹੜਾ b ਦਾ ਕੰਪੋਨੈਂਟ a ਦੀ ਡਾਇਰੈਕਸ਼ਨ ਚ ਆਇਆ, ਯਾਨੀ ਜਦੋਂ a ਨੂੰ ਤੁਸੀਂ b cos ਥੀਟਾ ਨਾਲ ਮਲਟੀਪਲਾਈ ਕਰਦੇ ਹੋ, ਠੀਕ ਹੈ, ਜਦੋਂ a ਨੂੰ b cos ਥੀਟਾ ਨਾਲ ਮਲਟੀਪਲਾਈ ਕਰਾਂਗਾ ਤਾਂ ਰਿਜ਼ਲਟੈਂਟ ਕੁਆਂਟੀਟੀ ਜਿਹੜੀ ਹੋਏਗੀ that read as the dot product of a vector and b vector। ਕੱਲ ਸਮਝ ਲੱਗੀ ਜੋ ਬੋਲਿਆ ਮੈਂ? सर sin cos थीटा ਦਾ ਰਿਲੇਸ਼ਨ ਦਾ ਸਰ ਇੱਕ ਵਾਰੀ ਕਰਕੇ sin ਤੇ cos ਵੈਕਟਰ ਨੂੰ ਕੱਲ ਸਪਲਿਟ ਕਰਨਾ ਤੁਹਾਨੂੰ ਸਿਖਾਇਆ ਤਾਂ ਸੀਗਾ ਬੇਟਾ, ਉਹੀ ਦੁਬਾਰਾ ਲੈ ਰਿਹਾ ਕਿ ਕੋਈ ਇੱਕ ਗਿਵਨ ਵੈਕਟਰ ਹੋਵੇ ਜਿਵੇਂ ਇਹਦੇ ਦੋ ਕੰਪੋਨੈਂਟ ਬਣਾ ਲਏ, ਰੈਕਟੈਂਗੂਲਰ ਕੰਪੋਨੈਂਟ ਕੱਲ ਪੜਾਇਆ ਤਾਂ ਹੈਗਾ ਤੁਹਾਨੂੰ ਬੇਟਾ। ਜਿਵੇਂ a ਵੈਕਟਰ ਨੂੰ ਤੋੜਾ ਤੇ a ਦਾ ਇਸ ਸਾਈਡ ਕੰਪੋਨੈਂਟ ਲਿਖਣਾ ਹੈ ਤੇ ਪਰਪੈਂਡੀਕੂਲਰ ਡਰਾ ਕਰ ਲਓ ਤੇ ਆਹ ਸਾਈਡ ਤੇ ਇਹਦਾ ਰਿਲੇਸ਼ਨ ਲਿਖਾਂ, ਇਹ ਮੇਰੇ ਕੋਲ ਬੇਸ ਓਵਰ ਹਾਈਪੋਟੇਨਸ ਬਣਦਾ ਤੇ ਬੇਸ ਬਾਈ ਹਾਈਪੋਟੇਨਸ cos ਥੀਟਾ ਆਏਗਾ। ਇਹਦਾ ਮਤਲਬ ਹੋ ਗਿਆ ਮੇਰੇ ਕੋਲ ਜੇ ਤੇ ਆਪਾਂ ਕੁਛ ਇਹਨੂੰ ਨਾਮ ਦੇ ਕੇ ਚੱਲੀਏ ਤਾਂ ਅਸੀਂ ਇਹਨੂੰ ਇਦਾਂ ਲਿਖਿਆ ਸੀ kl/km = cos ਥੀਟਾ,
KL ਦੀ ਵੈਲਿਊ KM cos थीटा यानी B cos थीटा या A cos थीटा ਮੇਰੇ ਕੋਲ ਵੈਲਿਊ ਆ ਜਾਣੀ। ਆ ਰੈਜ਼ੋਲੂਸ਼ਨ ਹੁਣ ਤੁਹਾਨੂੰ ਆਂਦੀ ਹੋਣੀ ਚਾਹੀਦੀ ਹੈ ਜੀ, ਜਗ੍ਹਾ ਜਗ੍ਹਾ ਤੇ ਲੋੜ ਆ ਆਪਾਂ ਨੂੰ। ਓਕੇ ਸਰ। ਕਲੀਅਰ ਆ? ਯੈਸ ਸਰ। ਜਦੋਂ ਤੁਸੀਂ ਇੱਥੇ ਹੁਣ ਆ B ਵੈਕਟਰ ਇੱਥੇ ਆਪਾਂ ਬਾਰ-ਬਾਰ ਪਰਪੈਂਡੀਕੂਲਰ ਦਿਖਾਣੇ ਨਹੀਂ ਹੈਗੇ, ਆਪਾਂ ਹਰ ਵਾਰੀ ਆਲੇ ਨੇ ਤਾਂ ਸਿੱਧੀ ਲੈ ਲਿਆ ਕਰਨੀ ਆ। ਕੋਈ ਇੱਕ ਵੈਕਟਰ ਦਿੱਤਾ, ਠੀਕ ਹੈ ਜੀ, ਜੇ ਇਹਨੇ ਇਸ ਸਾਈਡ ਐਂਗਲ ਬਣਾਇਆ ਤੇ ਐਂਗਲ ਵਾਲੀ ਸਾਈਡ ਇਹਦਾ ਕੰਪੋਨੈਂਟ cos ਵਾਲਾ ਬਣਨਾ ਹੁੰਦਾ, ਤੇ ਜਿਹੜਾ ਦੂਜਾ ਪਰਪੈਂਡੀਕੂਲਰ ਡਾਇਰੈਕਸ਼ਨ ਆ ਗਈ ਉਧਰ ਇਹਦਾ ਕੰਪੋਨੈਂਟ sin ਵਾਲਾ। ਜੇ ਮੈਂ ਇਹੀ ਚੀਜ਼ ਇੱਧਰ ਦਿਖਾਦਾ ਕਿ ਐਂਗਲ ਇੱਥੇ ਬਣਿਆ ਤੇ ਯਾਨੀ A ਦਾ ਇੱਧਰ ਕੰਪੋਨੈਂਟ A cos ਥੀਟਾ ਬਣ ਜਾਏਗਾ, ਇੱਧਰ ਕੰਪੋਨੈਂਟ A sin ਥੀਟਾ ਬਣੂ। ਕਿਉਂਕਿ ਹੁਣ ਇੱਥੇ ਟ੍ਰਾਇੰਗਲ ਕੰਪਲੀਟ ਕਰਾਂਗੇ ਤੇ ਆ ਪਰਪੈਂਡੀਕੂਲਰ ਆ ਬੇਸ ਆ, ਤੇ ਬੇਸ ਤੇ ਹਾਈਪੋਟੇਨਸ ਹੁਣ cos ਨਾਲ ਲਿੰਕ ਹੋ ਗਏ, ਠੀਕ ਹੈ। ਆ ਪਰਪੈਂਡੀਕੂਲਰ ਤੇ ਹਾਈਪੋਟੇਨਸ sin ਨਾਲ ਲਿੰਕ ਹੋ ਜੂ। ਐਂਗਲ ਕਿੱਥੇ ਬਣੂਗਾ ਉਹਦੇ ਅਕੋਰਡਿੰਗਲੀ cos ਕੰਪੋਨੈਂਟ ਆ ਜੂ ਤੇ ਉਹਦਾ ਪਰਪੈਂਡੀਕੂਲਰ sin ਕੰਪੋਨੈਂਟ। ਸਮਝ ਲੱਗ ਗਈ? ਯੈਸ ਸਰ। ਚੀਜ਼ਾਂ ਯਾਦ ਰੱਖੋ ਪੁੱਤ, ਚੀਜ਼ਾਂ ਪਿਛਲੀਆਂ ਤੁਹਾਨੂੰ ਆਣੀਆਂ ਚਾਹੀਦੀਆਂ ਲੋੜ ਵੇਲੇ। ਆਪਾਂ ਇਹ ਕਹਿੰਦੇ ਕਿ ਵੀ ਫਿਰ B ਦਾ ਜਿਹੜਾ ਕੰਪੋਨੈਂਟ ਸਾਈਡ ਨੂੰ B cos ਥੀਟਾ ਆਇਆ, ਉਹਨਾਂ ਜੇ ਮੈਂ A ਦੇ ਮੈਗਨੀਟਿਊਡ ਨੂੰ ਮਲਟੀਪਲਾਈ ਕਰਾਂ ਤਾਂ ਰਿਜ਼ਲਟੈਂਟ ਅਸੀਂ ਕਹਿੰਦੇ ਜੀ ਡਾਟ ਪ੍ਰੋਡਕਟ ਆਫ A ਵੈਕਟਰ ਵਿਦ B ਵੈਕਟਰ ਆ ਗਈ। ਹੁਣ ਇਹੀ ਚੀਜ਼ ਦੀ ਐਗਜ਼ਾਮਪਲ ਬਣਾਈਏ ਤੇ ਆਪਾਂ ਇਦਾਂ ਕਹਿ ਦਿੰਦੇ, ਮੰਨ ਲਓ ਇੱਥੇ ਇੱਕ ਬਲੌਕ ਜਾਂ ਇੱਕ ਪਾਰਟੀਕਲ ਪਿਆ ਵਾ, ਇਸ ਪਾਰਟੀਕਲ ਤੇ ਤੁਸੀਂ F ਫੋਰਸ ਲਗਾਈ, ਠੀਕ ਹੈ ਜੀ, ਜਿਹੜੀ ਡਿਸਪਲੇਸਮੈਂਟ ਤੋਂ ਥੀਟਾ ਐਂਗਲ ਤੇ ਹੈ। ਬੋਡੀ ਨੇ ਮੇਰਾ ਇਸ ਮੂਵਮੈਂਟ ਦੇ ਇਥੋਂ A ਪੁਆਇੰਟ ਤੋਂ ਚੱਲ ਕੇ ਆ B ਪੁਆਇੰਟ ਤੇ S ਡਿਸਪਲੇਸਮੈਂਟ ਕੀਤੀ ਹੈ, ਤੇ ਮੈਨੂੰ ਪੁੱਛਿਆ ਜਾਵੇ ਵਰਕ ਕਿੰਨਾ ਆਂਦਾ, ਤੇ ਅਸੀਂ ਜਦੋਂ ਵਰਕ ਕੱਢਣਾ ਹੋਏਗਾ ਤਾਂ ਅਸੀਂ ਕਹਿੰਦੇ ਵਰਕ ਇਜ਼ ਦਾ ਡਾਟ ਪ੍ਰੋਡਕਟ ਆਫ ਫੋਰਸ ਐਂਡ ਡਿਸਪਲੇਸਮੈਂਟ। ਵਰਕ ਫੋਰਸ ਤੇ ਡਿਸਪਲੇਸਮੈਂਟ ਦੀ ਡਾਟ ਪ੍ਰੋਡਕਟ ਹੁੰਦੀ ਆ ਜੀ। ਕਿਦਾਂ ਕਿਹਾ? ਤੁਸੀਂ F ਨੂੰ ਜੇ S ਚ ਇਨਕਲਾਈਨਡ ਲਗਾਉਂਦੇ ਹੋ ਤੇ ਇਹਦਾ ਮਤਲਬ ਸਾਰੇ ਦੀ ਸਾਰੀ ਫੋਰਸ ਇਸ ਬੋਡੀ ਨੂੰ ਅੱਗੇ ਤੋੜਨ ਚ ਨਹੀਂ ਕੰਮ ਆ ਰਹੀ, ਕਿਉਂਕਿ F ਨੂੰ ਸਪਲਿਟ ਕਰਕੇ ਇੱਧਰ F ਦਾ ਕੰਪੋਨੈਂਟ F cos ਥੀਟਾ ਆ ਜਾਏਗਾ और इधर F ਦਾ ਕੰਪੋਨੈਂਟ F sin ਥੀਟਾ ਆਏਗਾ, ਤੇ ਆਊਟ ਆਫ ਦਾ ਟੂ ਆ ਕੰਪੋਨੈਂਟ ਜਿਹੜਾ ਹੈਗਾ ਇਹ ਡਿਸਪਲੇਸਮੈਂਟ ਦੇ ਪਰਪੈਂਡੀਕੂਲਰ ਆ। ਯਾਨੀ ਜੇ ਆ ਮੇਰੇ ਕੋਲ SH ਇੱਥੇ ਮੈਂ ਬੋਡੀ ਲਵਾਂ ਔਰ ਇਹਦੇ ਤੇ ਜਿਹੜੀ ਫੋਰਸ ਮੈਂ ਲਗਾਈ ਆ ਜੇ ਉਹ ਇਨਕਲਾਈਨਡ ਇਦਾਂ ਲਗਾਈ ਆ, ਤੇ ਇਸ ਫੋਰਸ ਦਾ ਜਿਹੜਾ ਆ ਕੰਪੋਨੈਂਟ ਪਰਪੈਂਡੀਕੂਲਰ ਆਏਗਾ ਇਹ ਬੋਡੀ ਨੂੰ ਅੱਗੇ ਪਿੱਛੇ ਤੋੜ ਨਹੀਂ ਸਕਦਾ, ਪਰ ਜਿਹੜਾ ਕੰਪੋਨੈਂਟ ਇਨ ਦਾ ਡਾਇਰੈਕਸ਼ਨ ਹੋਏਗਾ ਇਹ ਬੋਡੀ ਨੂੰ ਫਾਰਵਰਡ ਮੂਵ ਕਰਦਾ। ਇਹਦਾ ਮਤਲਬ ਇਹ ਹੋ ਗਿਆ ਕਿ ਵੀ ਜਿਹੜਾ ਕੰਪੋਨੈਂਟ F ਦਾ ਇਸ ਵੇਲੇ ਬੋਡੀ ਨੂੰ ਡਿਸਪਲੇਸ ਕਰ ਸਕਦਾ ਉਹ F cos ਥੀਟਾ ਵਾ, F sin ਥੀਟਾ ਬੋਡੀ ਨੂੰ ਡਿਸਪਲੇਸ ਨਹੀਂ ਕਰਦਾ ਪਿਆ। ਕਿੰਨੀ ਗੱਲ ਸਮਝ ਲੱਗਦੀ ਵੀ? Yes, sir. ਇਸ ਲਈ ਜੇ ਮੈਂ ਇਹਨੂੰ ਲਿਖਣਾ ਹੋਵੇ ਤੇ ਇਹਨੂੰ ਲਿਖਣ ਦਾ ਸਾਡਾ ਮੈਥਡ ਇਹ ਹੁੰਦਾ S ਇਨਟੂ ਯਾਨੀ S ਨੂੰ ਮਲਟੀਪਲਾਈ ਕਰੋ F ਦੇ ਉਸ ਕੰਪੋਨੈਂਟ ਦੇ ਨਾਲ ਜਿਹੜਾ S ਦੀ ਡਾਇਰੈਕਸ਼ਨ ਚ, ਤੇ S ਦੀ ਡਾਇਰੈਕਸ਼ਨ ਚ ਕੰਪੋਨੈਂਟ ਆ ਗਿਆ F cos ਥੀਟਾ। ਇਹਦਾ ਮਤਲਬ ਜਦੋਂ ਅਸੀਂ ਵਰਕ ਨੂੰ ਪੜ੍ਹਦੇ ਆ ਤੇ ਅਸੀਂ ਲਿਖਦੇ ਨੇ ਵਰਕ Fs cos ਥੀਟਾ ਹੋ ਗਿਆ, ਤੇ ਬੇਸਿਕਲੀ ਇਹਦਾ ਮਤਲਬ ਇਹ ਹੈਗਾ ਕਿ ਵੀ ਤੁਸੀਂ ਵਰਕ ਨੂੰ ਫੋਰਸ ਤੇ ਡਿਸਪਲੇਸਮੈਂਟ ਦੀ ਡਾਟ ਪ੍ਰੋਡਕਟ ਤੋਂ ਬਣਾਇਆ। ਆ ਗੱਲ ਸਮਝ ਲੱਗੀ? Yes, sir. ਯੈਸ ਸਰ। ਇਹਦੀ ਐਗਜ਼ਾਮਪਲ ਹੋਰ ਕੋਡ ਕਰੀਏ ਤੇ ਪਾਵਰ ਲੈ ਲਓ। ਪਾਵਰ ਵਰਕ ਬਾਈ ਟਾਈਮ ਹੁੰਦੀ ਆ, ठीक है। पावर जे वर्क बाय टाइम है, वर्क ਨੂੰ ਸੀ ਐਸ ਚੇਦੇ ਐਫ ਵੈਕਟਰ ਡਾਟ ਐਸ ਵੈਕਟਰ ਲਿਖ ਦਈਏ ਓਵਰ ਟਾਈਮ, ਤੇ ਪਰ ਡਿਸਪਲੇਸਮੈਂਟ ਓਵਰ ਟਾਈਮ, ਡਿਸਪਲੇਸਮੈਂਟ ਓਵਰ ਟਾਈਮ ਜਿਹੜੀ ਇਹ ਵੈਲੋਸਿਟੀ ਹੁੰਦੀ ਆ, ਇਹਦਾ ਮਤਲਬ ਪਾਵਰ ਇਜ਼ ਇਕੁਅਲ ਟੂ ਡਾਟ ਪ੍ਰੋਡਕਟ ਆਫ ਫੋਰਸ ਐਂਡ ਵੈਲੋਸਿਟੀ। ਯਾਨੀ ਪਾਵਰ ਮੇਰੀ ਐਫ ਦੀ cos ਥੀਟਾ ਦੇ ਬਰਾਬਰ ਹੋਏਗੀ, ਯਾਨੀ ਆ ਵੀ ਪਾਵਰ ਦਾ ਇੱਕ ਫਾਰਮੂਲਾ ਬਣ ਜਾਂਦਾ। ਕਲੀਅਰ ਆ? Yes, sir. ਯੈਸ ਸਰ। ਆ ਤੁਹਾਡੇ ਕੋਲ ਐਸਐਚ ਵਰਕ ਦੀਆਂ ਐਗਜ਼ਾਮਪਲ ਆ ਬੇਟਾ। ਹੁਣ ਗੱਲ ਲਾਸਟ ਇਹਨਾਂ ਜਿਹੜੀ ਜੋੜਨ ਲੱਗਿਆ ਉਹ ਇਹ ਹੋਏਗੀ ਕਿ ਜਦੋਂ ਦੋ ਵੈਕਟਰ ਨੂੰ ਅਸੀਂ ਮਲਟੀਪਲਾਈ ਕੀਤਾ ਹਨਾ, ਤਾਂ ਅਸੀਂ ਇਹ ਕਿਉਂ ਕਿਹਾ ਕਿ ਡਾਇਰੈਕਸ਼ਨ ਇਹਦੀ ਸਕੇਲਰ ਪ੍ਰੋਡਕਟ ਵਿੱਚ ਡਾਇਰੈਕਸ਼ਨ ਨਹੀਂ ਆਉਂਦੀ, ਤੇ ਉਹਦਾ ਕਾਰਨ ਇਹ ਹੋਏਗਾ ਕਿ ਜਦੋਂ B ਦਾ ਕੰਪੋਨੈਂਟ B cos ਥੀਟਾ ਲਿੱਤਾ ਤੇ ਜਿਨ੍ਹਾਂ ਨੂੰ ਮਲਟੀਪਲਾਈ ਕੀਤਾ A ਨਾਲ, ਬੋਥ ਲਾਈਜ਼ ਇਨ ਸੇਮ ਡਾਇਰੈਕਸ਼ਨ। ਇਹ ਚ ਡਾਇਰੈਕਸ਼ਨ ਦੇ ਚੇਂਜ ਹੋਣ ਦਾ ਕੋਈ ਕਨਸੈਪਟ ਨਹੀਂ ਆਇਆ, ਠੀਕ ਆ। ਆ ਮੈਗਨੀਟਿਊਡ ਜਿਹੜਾ A ਦਾ ਤੇ ਜਿਹੜਾ B cos ਥੀਟਾ ਵਾਲੀ ਵੈਲਿਊ ਦੋਨੋਂ ਦੇ ਦੋਨੋਂ ਸੇਮ ਡਾਇਰੈਕਸ਼ਨ ਚ। ਜੇ ਮੈਂ ਆ ਦੇਖਾਂ F cos ਥੀਟਾ ਫੋਰਸ ਆ ਗਈ ਤੇ ਨਾਲ ਡਿਸਪਲੇਸਮੈਂਟ, ਇਹ ਦੋਨੋਂ ਸੇਮ ਡਾਇਰੈਕਸ਼ਨ ਚ ਚੀਜ਼ਾਂ ਚੱਲ ਰਹੀਆਂ। ਇਹਦਾ ਮਤਲਬ ਹੋ ਗਿਆ ਇਸ ਫੋਰਸ ਦੇ ਕੰਪੋਨੈਂਟ ਦੇ ਕਰਕੇ
बॉडी की डायरेक्शन च कोई चेंज नहीं आनी, बॉडी कंटिन्यूसली सेम पाथ पे चलती जानी। इस करके से डिफाइन करते हैं क्योंकि वैक्टर दी मल्टीप्लिकेशन जे डॉट फॉर्म च उच डायरेक्शन दे चेंज होने का कोई कंसैप्ट नहीं हैगा। इस करके इहदी प्रोडक्ट दा दूजा नाम असीं जिहड़ा वा इहनूं स्केलर प्रोडक्ट कहने आ। इन्नी गल समझ लगी? Yes, sir. Yes, sir. ਇਹਦੇ ਵਿੱਚ ਹੀ ਅੱਗੇ ਜੇ ਆਪਾਂ ਗੱਲ ਕੰਟੀਨਿਊ ਕਰੀਏ, ਇਹ ਮੇਰੇ ਕੋਲ ਐਸ ਐਚ ਡਾਟ ਪ੍ਰੋਡਕਟ ਆ ਗਈ ਬੇਟਾ। ਹੁਣ ਜਦੋਂ ਡਾਟ ਪ੍ਰੋਡਕਟ ਦੇ ਅੱਗੇ ਅਸੀਂ ਕੇਸਿਸ ਬਣਾਈਏ ਤੇ ਇਹ ਚ ਅਸੀਂ 2 ਤੋਂ 3 ਕੇਸ ਬਣਾਵਾਂਗੇ। ਨੰਬਰ 1 ਉਹਦੇ ਚ ਪਹਿਲਾ ਕੇਸ ਆਪਾਂ ਇਹ ਬਣਾ ਰਹੇ ਹਾਂ, if theta equal to 0, यानी जे आ थीटा मेरे को जेड़ा वा ये 0 होवे, मतलब f वेक्टर भी इधर ते s वेक्टर भी इधर। मैं एग्जांपल लिख देना, ओदा आंसर दियो। जे आ मैं बॉडी ते 10 न्यूटन फोर्स इदां लावां इनक्लाइंड ते जे 10 इदां लावां, ज्यादा बॉडी कदों डिस्प्लेस होएगी जी? हॉरिजॉन्टल वाली। हॉरिजॉन्टल दे नाल। क्यों? क्योंकि इस वेले जदों मैं इनक्लाइंड लाई ना ਤੇ ਇਸ ਦਾ ਇੱਕ ਕੰਪੋਨੈਂਟ ਇਹਦਾ ਇੱਕ ਹਿੱਸਾ ਥੱਲੇ ਨੂੰ ਆਇਆ, ਇੱਕ ਇੱਧਰ ਚਲਾ ਗਿਆ, ਔਰ ਆ ਹਿੱਸਾ ਬਾਡੀ ਨੂੰ ਡਿਸਪਲੇਸ ਕਰਨ ਦੇ ਕੰਮ ਹੀ ਨਹੀਂ ਆਇਆ। ਇਹਨਾਂ ਸਿਰਫ ਇੰਨੇ ਪੋਰਸ਼ਨ ਨੇ ਬਾਡੀ ਡਿਸਪਲੇਸ ਕਰਾਈ, ਤੇ ਜੇ ਸਾਰੀ ਫੋਰਸ ਹੀ ਇੱਧਰ ਹੋਈ ਤੇ ਫਿਰ ਤਾਂ ਸਾਰੀ ਫੋਰਸ ਹੀ ਡਿਸਪਲੇਸ ਕਰਾਏਗੀ। ਇਹਦਾ ਮਤਲਬ ਇਹ ਹੋ ਗਿਆ ਜੇ ਦੋ ਵੈਕਟਰ ਪੈਰਲਲ ਆ, ਜੇ ਦੋ ਵੈਕਟਰ ਪੈਰਲਲ ਆ ਤੇ ਡਾਟ ਪ੍ਰੋਡਕਟ ਦਾ ਇਫੈਕਟ ਮੈਕਸਿਮਮ ਮਿਲਦਾ, ਤੇ ਜੇ ਦੋ ਵੈਕਟਰ ਪਰਪੈਂਡੀਕੂਲਰ ਹੋ ਗਏ ਤੇ ਫਿਰ ਐਸਐਚ ਉਹਦਾ ਇਫੈਕਟ ਮਿਨੀਮਮ ਹੁੰਦਾ। ਇਹਨੂੰ ਆਪਾਂ ਮੈਥਮੈਟਿਕਲੀ ਇਦਾਂ ਕਹਿੰਦੇ ਇਫ ਥੀਟਾ ਇਕੁਅਲ ਟੂ 0, ਮਤਲਬ ਜੇ ਦੋ ਵੈਕਟਰ ਦੇ ਵਿਚਲਾ ਐਂਗਲ 0 ਡਿਗਰੀ ਆ, ਠੀਕ ਹੈ, ਤੇ ਦੈਨ ਮੇਰੇ ਕੋਲ a ਵੈਕਟਰ ਡਾਟ b ਵੈਕਟਰ ਦੀ ਵੈਲਿਊ ab cos 0 ਆਏਗੀ, ਤੇ cos 0 ਆਪਣਾ ਮੈਕਸਿਮਮ ਵੈਲਿਊ 1 ਦਿੰਦਾ, cos ਦੀ ਮੈਕਸਿਮਮ ਵੈਲਿਊ 1 ਆ ਔਰ 0 ਡਿਗਰੀ ਤੇ ਹੀ ਆ। ਇਸ ਲਈ ਇਸ ਵੇਲੇ ਡਾਟ ਪ੍ਰੋਡਕਟ ਜਿਹੜੀ ਆ ਉਹ ਦੋਨਾਂ ਵੈਕਟਰ ਦੇ ਮੈਗਨੀਟਿਊਡ ਦੀ ਸਿੰਪਲ ਮਲਟੀਪਲੀਕੇਸ਼ਨ ਤੋਂ ਆਏਗੀ। ਆ ਗੱਲ ਸਮਝ ਲੱਗੀ? Yes. Yes. सेकंड केस आ जाएगा if थीटा इक्वल टू 180 डिग्री, इमल a वेक्टर डॉट b वेक्टर ab cos 180 -1 ਹੁੰਦਾ, ਇਹਦਾ ਰਿਜ਼ਲਟ -ab ਆਇਆ। ਤੁਸੀਂ ਜਿਹੜੀ ਫੋਰਸ ਆ ਹਨਾ ਉਹ ਮੰਨ ਲਓ ਫ੍ਰਿਕਸ਼ਨਲ ਫੋਰਸ ਆ, ਫ੍ਰਿਕਸ਼ਨਲ ਫੋਰਸ ਇਧਰ ਨੂੰ ਲੱਗਦੀ ਪਈ, ਬਾਡੀ ਅੱਗੇ ਨੂੰ ਚੱਲਦੀ ਪਈ, ਤੇ ਇਹਦਾ ਮਤਲਬ ਹੈ ਡਿਸਪਲੇਸਮੈਂਟ ਦੇ ਇਫੈਕਟ ਨੂੰ ਮਿਨੀਮਮ ਕਰੇਗੀ। ठीक है, इसलिए ਅਸੀਂ ਕਹਿੰਦੇ ਜੇ ਉਹ ਪਲੱਸ ab ਮੈਕਸਿਮਮ ਵੈਲਿਊ ਹੈ ਮਾਈਨਸ ab ਮੇਰੀ ਮਿਨੀਮਮ ਵੈਲਿਊ ਆ ਜਾਏਗੀ। ਤੇ ਥਰਡ ਕੇਸ ਹੋਏਗਾ if theta equal to 90 डिग्री। पेपर न्यूमेरिकल वेले आ केस बहुत इंपॉर्टेंट रहेगा ਤੁਹਾਡੇ ਲਈ। then a vector dot b vector, मतलब डिस्प्लेसमेंट इधर ਨੂੰ ਹੋਣੀ ਸੀ, ਫੋਰਸ ਤੁਸੀਂ ਸਾਰੀ ਇਧਰ ਨੂੰ ਲਾਈ, ਮੈਂ ਇਧਰ ਫੋਰਸ ਲਾ ਕੇ ਦੇਖਣਾ ਚਾਹ ਰਿਹਾ ਬਾਡੀ ਦੀ ਡਿਸਪਲੇਸਮੈਂਟ ਕਿੰਨੀ, ਤੇ ਬਾਡੀ ਡਿਸਪਲੇਸ ਹੀ ਨਹੀਂ ਹੋਣੀ है ना। मतलब मैं इस बॉडी पे फोर्स इदा ला के रखा ते ये देखा बॉडी अगे पिछे कितना जाती, ते बॉडी डिस्प्लेस ही नहीं होनी। तो ਅਸੀਂ ਕਹਿੰਦੇ ਜੀ ਇਹਦਾ मतलब हो गया इस वेक्टर ਦਾ कोई भी इफेक्ट ਜਿਹੜਾ ਵਾ ਇਹਦੇ ਤੇ ਨਹੀਂ ਆਏਗਾ। ਤੇ ਇਹਨੂੰ ਅਸੀਂ ਮੈਥਮੈਟਿਕਲੀ ਕਹਿੰਦੇ ਕਿ ਜੇ ਦੋ ਵੈਕਟਰ ਪਰਪੈਂਡੀਕੂਲਰ ਆ ਤੇ ਉਹਦੀ ਡਾਟ ਪ੍ਰੋਡਕਟ ਹਮੇਸ਼ਾ 0 ਹੋਏਗੀ, यानी a वेक्टर डॉट b वेक्टर ਦੀ ਵੈਲਿਊ ab cos 90 ਤੇ cos 90 0। ਹੁਣ ਨੂਮੈਰੀਕਲ ਵੇਲੇ ਇਹ ਚੀਜ਼ ਕਿੱਦਾਂ ਹੋਏਗੀ, ਮੈਨੂੰ ਦੋ ਵੈਕਟਰ a ਵੈਕਟਰ ਦੀ ਕੁਝ ਵੈਲਿਊ ਦੇ ਦੂਗਾ, b ਵੈਕਟਰ ਦੀ ਕੁਝ ਵੈਲਿਊ ਦੇ ਦੇਗਾ, ਤੇ ਮੈਨੂੰ ਪੁੱਛੇਗਾ ਜੀ ਚੈੱਕ ਕਰੋ ਇਹ ਵੈਕਟਰ ਪਰਪੈਂਡੀਕੂਲਰ ਆ ਕਿ ਨਹੀਂ। ਤੇ ਅਸੀਂ ਕੀ ਕਰਾਂਗੇ ਬੇਟਾ, ਜਦੋਂ ਆ ਦੇਤਾ ਉਹਨੇ ਮੈਨੂੰ a ਵੈਕਟਰ 2i ਕੈਪ 3j ਕੈਪ 6k ਕੈਪ, ਇਹਦੇ b ਵੈਕਟਰ ਦੀ ਵੈਲਿਊ ਕੁਝ ਲਿਖ ਦੋ। ਮੰਨ ਲਓ ਆ ਮੇਰੇ ਕੋਲ a ਤੇ b ਵੈਕਟਰ ਆ, ਮੈਨੂੰ ਨੇ ਕੁਐਸਚਨ ਇਹ ਦਿੱਤਾ check whether the vectors are perpendicular or not, ਤੇ ਅਸੀਂ ਕੀ ਕਰਾਂਗੇ, ਅਸੀਂ ਕਹਾਂਗੇ ਜੇ ਪਰਪੈਂਡੀਕੂਲਰ ਆ ਜੀ ਤੇ ਇਹਨਾਂ ਦੀ ਡਾਟ ਪ੍ਰੋਡਕਟ 0 ਆ, ਅਸੀਂ a ਵੈਕਟਰ ਡਾਟ b ਵੈਕਟਰ ਨੂੰ ਸੋਲਵ ਕਰਾਂਗੇ, ਸਾਰਾ ਸੋਲਵ ਕਰਕੇ ਜੇ ਰਿਜ਼ਲਟ 0 ਆ ਗਿਆ ਤਾਂ then we said these are perpendicular, ਤੇ ਜੇ ਉਹ 0 ਨਹੀਂ ਆ ਰਿਹਾ ਤੇ ਇਟ ਮੀਨਸ ਅਸੀਂ ਕਹਾਂਗੇ ਜੀ ਵੈਕਟਰ ਪਰਪੈਂਡੀਕੂਲਰ ਨਹੀਂ ਹੈਗੇ, ਥੀਟਾ 90 ਨਹੀਂ ਹੈਗਾ, ਹੋਰ ਜੋ ਮਰਜ਼ੀ ਹੋ ਸਕਦਾ। ਇੰਨੀ ਗੱਲ ਸਮਝ ਲੱਗੀ? Yes sir. Yes, sir. Yes, sir. ਹੁਣ ਇਹੀ ਤਿੰਨਾਂ ਚੀਜ਼ਾਂ ਨੂੰ ਜੇ ਮੈਂ ਇੱਕ ਹੋਰ ਮੈਥਡ ਨਾਲ ਲਿਖਾਂ ਬੇਟਾ, ਤੇ ਆਪਾਂ ਇਦਾਂ ਲਿਖਾਂਗੇ ਜਦੋਂ ਦੋ ਵੈਕਟਰ ਪੈਰਲਲ ਆ ਹਨਾ, ਥੀਟਾ 0 ਦਾ ਮਤਲਬ ਦੋ ਪੈਰਲਲ ਵੈਕਟਰ, 180 ਦਾ ਮਤਲਬ ਆ ਕਿ ਵੀ ਐਂਟੀ ਪੈਰਲਲ ਵੈਕਟਰ, ਔਰ ਇਹਦਾ ਮਤਲਬ ਆ ਪਰਪੈਂਡੀਕੂਲਰ। ਤੇ ਜੇ ਮੈਂ ਆ ਆਪਣੇ ਤਿੰਨ ਵੈਕਟਰ ਇਦਾਂ ਦਿਖਾਦਾ, ਇੱਕ i ਕੈਪ, ਇੱਕ j ਕੈਪ ਤੇ ਇੱਕ k ਕੈਪ, x ਐਕਸਿਸ y ਐਕਸਿਸ z ਐਕਸਿਸ, ਜੇ ਮੇਰੇ ਦੋ ਵੈਕਟਰ ਪੈਰਲਲ ਆ ਭਾਵੇਂ ਦੋਨੋਂ x ਐਕਸਿਸ ਤੇ ਭਾਵੇਂ ਦੋਨੋਂ y ਤੇ ਭਾਵੇਂ ਦੋਨੋਂ z ਤੇ,
ਜੇ ਮੈਂ ਇਹਨੂੰ ਇਦਾਂ ਲਿਖਾਂ ਆ ਪਹਿਲੇ ਕੇਸ ਦੀ ਗੱਲ ਦੁਬਾਰਾ ਕਰਨ ਲੱਗਿਆ ਇੱਥੇ i ਕੈਪ ਡਾਟ i ਕੈਪ ਇਹਦਾ ਮਤਲਬ ਇੱਕ ਯੂਨਿਟ ਵੈਕਟਰ ਜਿਹੜਾ ਲਿੱਤਾ ਉਹ ਵੀ x ਐਕਸਿਸ ਤੇ ਦੂਜਾ ਵੀ x ਐਕਸਿਸ ਤੇ ਜੇ ਦੋਨੋਂ x ਐਕਸਿਸ ਤੇ ਆ ਤੇ ਇਹ ਪੈਰਲਲ ਆ ਤੇ ਜਦੋਂ ਦੋ ਵੈਕਟਰ ਪੈਰਲਲ ਨੇ i ਕੈਪ ਦਾ ਮੈਗਨੀਟਿਊਡ ਵੀ 1 ਆ ਠੀਕ ਹੈ ਜੀ ਇਸ i ਕੈਪ ਦਾ ਮੈਗਨੀਟਿਊਡ ਵੀ 1 ਆ ਔਰ ਇਹਨਾਂ ਦੋਨਾਂ ਦੇ ਵਿੱਚ ਡਾਟ ਹੋਣ ਕਰਕੇ ਇਹਨਾਂ ਦੋਨਾਂ 'ਚ ਡਾਟ ਹੋਣ ਕਰਕੇ ਐਂਗਲ cos ਆਇਆ ਠੀਕ ਹੈ ਤੇ i ਕੈਪ ਦੋਨੋਂ ਪੈਰਲਲ ਹੋ ਗਏ ਤੇ ਐਂਗਲ 0 ਡਿਗਰੀ ਤੇ cos 0 ਵੀ 1 ਹੁੰਦਾ ਅਲਟੀਮੇਟਲੀ ਸਾਰੀ ਚੀਜ਼ ਦਾ ਰਿਜ਼ਲਟ ਜਿਹੜਾ ਉਹ 1 ਆਏਗਾ ਇਹਦਾ ਮਤਲਬ ਜੇ ਮੈਨੂੰ ਕਿਤੇ ਲੋਡ ਹੋਏਗੀ i ਕੈਪ ਡਾਟ i ਕੈਪ ਮੈਨੂੰ ਸਿੱਧਾ 1 ਪੜਾਂਗਾ ਗੱਲ ਸਮਝ ਆਈ Yes, ਸਰ sir. ਆਈ ਕੈਪ ਦੀ ਵੈਲਿਊ 1 ਕਿੱਦਾਂ ਆਈ? ਕਾਕਾ ਜੀ ਜਿੱਤੇ ਕੈਪ ਸਾਈਨ ਆ ਉਹਨੂੰ ਕੀ ਮੰਨਦੇ ਯੂਨਿਟ ਵੈਕਟਰ ਕਹਿੰਦੇ ਆ ਓਕੇ ਸਰ ठीक है i कैप डॉट i कैप j कैप डॉट j कैप k कैप डॉट k कैप ਇਹ ਮਤਲਬ ਜਦੋਂ ਸੇਮ ਵੈਕਟਰ ਦੀ ਸੇਮ ਵੈਕਟਰ ਨਾਲ ਡਾਟ ਪ੍ਰੋਡਕਟ ਹੋਏਗੀ ਤੇ ਉਹਦਾ ਰਿਜ਼ਲਟ ਹਮੇਸ਼ਾ 1 ਆਣਾ ਠੀਕ ਹੈ ਜੀ ਇਦਾਂ ਹੀ ਜੇ ਹੁਣ ਆਪਾਂ ਇੱਥੋਂ ਪਰਪੈਂਡੀਕੂਲਰ ਦਾ ਕੇਸ ਲਈਏ ਆਹ ਵਾਲਾ 180 ਵਾਲੇ ਚ ਕੁਝ ਨਹੀਂ ਫਰਕ ਆਣਾ ਸਿਰਫ ਇੱਥੇ -1 ਅੱਗੇ ਲਾਂਦਾ ਜਾਊਗਾ ਹੋਰ ਕੁਝ ਫਰਕ ਨਹੀਂ ਪਏਗਾ ਹੁਣ ਜੇ ਆਹ ਲਾਈਏ ਆ 90 ਵਾਲਾ 90 ਦਾ ਮਤਲਬ ਹੋ ਗਿਆ ਦੋ ਵੈਕਟਰ ਪਰਪੈਂਡੀਕੂਲਰ ਜਿੱਦਾਂ i ਤੇ j ਪਰਪੈਂਡੀਕੂਲਰ ਆ i ਤੇ k ਪਰਪੈਂਡੀਕੂਲਰ ਆ k ਤੇ j ਪਰਪੈਂਡੀਕੂਲਰ ਆ ਇਹਨਾਂ ਦਾ ਕੇਸ ਬਣਾਈਏ ਤੇ ਕੇਸ ਇਹ ਬਣੂਗਾ i ਕੈਪ ਡਾਟ j ਕੈਪ ਠੀਕ ਹੈ ਮੈਗਨੀਟਿਊਡ ਇਹਦਾ ਹੁਣ ਵੀ 1 ਆ ਠੀਕ ਹੈ ਜੀ ਦੂਜੇ ਦਾ ਮੈਗਨੀਟਿਊਡ ਵੀ 1 ਆ ਡਾਟ ਕਰਕੇ ਐਂਗਲ cos ਲੱਗਿਆ ਪਰ ਇਹ ਇੱਕ x ਐਕਸਿਸ ਤੇ ਆ ਤੇ ਇੱਕ y ਤੇ ਆ ਇਸ ਲਈ ਇਹਨਾਂ ਚ ਐਂਗਲ 90 ਡਿਗਰੀ ਆ ਤੇ cos 90 0 ਆ ਇਹਦਾ ਮਤਲਬ ਹੋ ਗਿਆ ਕਿ ਜਿਹੜਾ i ਡਾਟ j ਹੋਏਗਾ ਠੀਕ ਹੈ ਜਿਹੜਾ i ਡਾਟ j ਹੋਏਗਾ ਜਾਂ ਕਹਿ ਦੋ j ਡਾਟ i ਹੋਏਗਾ ਠੀਕ ਹੈ ਜੀ ਇਦਾਂ ਹੀ ਜਿਹੜਾ i ਡਾਟ k ਹੋਏਗਾ ਜਿਹੜਾ k ਡਾਟ i ਹੋਏਗਾ ਜਿਹੜਾ j ਡਾਟ k ਹੋਏਗਾ ਤੇ ਜਿਹੜਾ k ਡਾਟ j ਹੋਏਗਾ ਆ 6 ਬਣੇ ਬੇਟਾ ठीक है ये 6 ਦੇ 6 ਦੀ ਵੈਲਿਊ ਜਿਹੜੀ ਆ ਉਹ 0 ਰਹੇਗੀ ਟੋਟਲ 9 ਕੰਬੀਨੇਸ਼ਨ ਬਣ ਸਕਦੇ ਆ ਦੋਨੋਂ ਪੈਰਲਲ ठीक है दूजा आ परपेंडिकुलर i j ना j i ना ठीक है जी i k ना k i ना k j ना j k ना ये 6 ਦੀ ਵੈਲਿਊ 0 ਆ ਠੀਕ ਹੈ ਜੀ ਆ ਤਿੰਨ ਜਿਹੜੇ i ਡਾਟ i j ਡਾਟ j ਤੇ k ਡਾਟ k ਇਹਦੀ ਵੈਲਿਊ 1 ਆ ਇਹਨਾਂ ਕਲੀਅਰ ਆ Yes, sir. ਹੁਣ ਇੱਥੇ ਆ ਕੇ ਆਪਾਂ ਜੇ ਇੱਕ ਪ੍ਰਾਪਰਟੀ ਹੋਰ ਲਾ ਲਈਏ ਜੇ ਆਪਾਂ a ਡਾਟ b ਨੂੰ ਆਪਾਂ ਪੜਿਆ ab cos θ ਤੇ ਜੇ ਇਹਦੀ ਜਗ੍ਹਾ ਤੇ a ਡਾਟ b ਦੀ ਜਗ੍ਹਾ ਤੇ b ਡਾਟ a ਦੀ ਹੋਵੇ ਨਾ ਤਾਂ ਵੀ ba cos θ ਲਿਖ ਦਾਂਗੇ ਇਹਦਾ ਮਤਲਬ ਇਹ ਆ ਕਿ ਜਿਹੜੀ ਡਾਟ ਪ੍ਰੋਡਕਟ ਆ ਇਹ ਹਮੇਸ਼ਾ ਕਮਿਊਟੇਟਿਵ ਹੁੰਦੀ ਆ ਮਤਲਬ ਤੁਸੀਂ a ਵੈਕਟਰ ਡਾਟ b ਵੈਕਟਰ ਸੋਲਵ ਕਰੋ ਜਾਂ ਤੁਸੀਂ b ਵੈਕਟਰ ਡਾਟ a ਵੈਕਟਰ ਲਿਖ ਲਓ ਦੋਨਾਂ ਦਾ ਰਿਜ਼ਲਟ ਅਸੀਂ ਕਹਿੰਦੇ ਜੀ ਸੇਮ ਆਏਗਾ ਦੋਨਾਂ ਦੇ ਰਿਜ਼ਲਟ 'ਚ ਕੋਈ ਫਰਕ ਨਹੀਂ ਕਿਉਂਕਿ ਡਾਇਰੈਕਸ਼ਨ ਕੋਈ ਇਨਵੋਲਵਡ ਨਹੀਂ ਹੈਗੀ ਇਹਨਾਂ ਦੋਨਾਂ ਕੇਸਿਸ ਦੇ ਅੰਦਰ ਡਾਇਰੈਕਸ਼ਨ ਦਾ ਕੋਈ ਕਨਸੈਪਟ ਨਹੀਂ ਹੋ ਇਸ ਲਈ a ਵੈਕਟਰ ਨੂੰ b ਨਾਲ ਮਲਟੀਪਲਾਈ ਜਾਂ b ਨੂੰ a ਨਾਲ मतलब a रख के b ਦਾ ਕੰਪੋਨੈਂਟ ਲੈ ਲਓ ਜਾਂ b ਰੱਖ ਕੇ a ਦਾ ਕੰਪੋਨੈਂਟ ਲੈ ਲਓ ਰਿਜ਼ਲਟ ਦੋਨਾਂ ਕੇਸਿਸ ਦੇ ਅੰਦਰ ਸੇਮ ਰਹੇਗਾ ਇਨੀ ਗੱਲ ਕਲੀਅਰ ਆ Yes, sir. ਚਲੋ ਆ ਤੁਹਾਡੇ ਕੋਲ ਐਸੇ ਤੁਹਾਡੀ ਡਾਟ ਪ੍ਰੋਡਕਟ ਦਾ ਮੇਨ ਸਾਰਾ ਪਾਰਟ ਆ ਬੇਟਾ ਹੁਣ ਇਹਦੇ ਨਾਲ ਹੀ ਉਹਨੇ ਇੱਕ ਟਰਮ ਦਿੱਤੀ ਹੋਈ ਆ ਡਾਟ ਪ੍ਰੋਡਕਟ ਇਨ ਟਰਮਸ ਆਫ ਕਾਰਟੀਜ਼ੀਅਨ ਕੋਆਰਡੀਨੇਟ ਕਾਰਟੀਜ਼ੀਅਨ ਵਰਡ ਇਹਨਾਂ ਲਈ ਯੂਜ਼ ਹੁੰਦਾ ਕਿ ਜਦੋਂ ਅਸੀਂ ਆਪਣੇ ਗਿਵਨ ਵੈਕਟਰ ਨੂੰ i ਕੈਪ j ਕੈਪ ਤੇ k ਕੈਪ ਦੀ ਫਾਰਮ 'ਚ ਲਿਖਦੇ ਹਾਂ ਹੁਣ ਜੇ ਤੁਸੀਂ a ਵੈਕਟਰ ਡਾਟ b ਵੈਕਟਰ ਸੋਲਵ ਕਰਨਾ ਜਦੋਂ ਆਪਾਂ ਇਹ ਚੈੱਕ ਕਰਨਾ ਮੈਨੂੰ ਇਹ ਕਿਹਾ ਜਾਵੇ ਇਹਦੀ ਡਾਟ ਪ੍ਰੋਡਕਟ ਸੋਲਵ ਕਰੋ ਤਾਂ ਵੀ ਉਹੀ ਮਤਲਬ ਆ ਮੈਨੂੰ ਇਹ ਕਿਹਾ ਜਾਵੇ ਕਿ ਵੀ ਚੈੱਕ ਕਰੋ ਵੈਕਟਰ ਪਰਪੈਂਡੀਕੂਲਰ ਆ ਕਿ ਨਹੀਂ ਤੇ ਤਾਂ ਵੀ ਉਹੀ ਮਤਲਬ ਹੁਣ ਜੇ ਮੈਂ a ਵੈਕਟਰ ਦੀ b ਵੈਕਟਰ ਨਾਲ ਡਾਟ ਸੋਲਵ ਕਰਨੀ ਆ ਯਾਨੀ ਆ ਪੂਰੀ ਬ੍ਰੈਕਟ ਦੀ ਆ ਪੂਰੀ ਬ੍ਰੈਕਟ ਨਾਲ ਮਲਟੀਪਲੀਕੇਸ਼ਨ ਲੈਣੀ ਇਮਲ 2i ਕੈਪ ਦੀ ਇਹਦੇ ਨਾਲ ਫਿਰ 3j ਦੀ ਇਹਨਾਂ ਤਿੰਨਾਂ ਨਾਲ ਫਿਰ ਇਹਦੇ 6k ਦੀ ਤੇ ਮੈਨੂੰ ਇੱਕ ਪ੍ਰਾਪਰਟੀ ਪਤਾ ਇਹ ਟੋਟਲ 9 ਟਰਮ ਬਣਨੀਆਂ ਆ ਵਾਲੀ ਟਰਮ ਨੂੰ ਇਹਦੇ ਨਾਲ ਤਿੰਨ ਟਰਮ ਆ ਗਈਆਂ ਇਹਦੇ ਤੇ ਨੇਨਾ ਤਿੰਨ ਇਹਦੇ ਨਾਲ ਟੋਟਲ 9 ਟਰਮ ਆ ਤੇ ਇੱਥੇ ਅਸੀਂ ਇਹ 9 ਰਿਜ਼ਲਟ ਲਿਖੇ ਹੋਏ ਆ ਠੀਕ ਹੈ 3 i ਡਾਟ i ਵਾਲੇ ਤੇ 6 ਮੇਰੇ ਕੋਲ ਜਿਹੜੇ ਥੱਲੇ i ਡਾਟ j ਵਾਲੇ ਉਹ ਕਹਿੰਦਾ ਜਦੋਂ ਮੈਂ ਇਹਨੂੰ ਇਸ ਟਰਮ ਨਾਲ ਮਲਟੀਪਲਾਈ ਕਰਾਂਗਾ 2 into 1 2 ਆ ਗਿਆ ਨਾਲ ਆ ਗਿਆ i ਕੈਪ ਡਾਟ i ਕੈਪ ਉਸ ਤੋਂ ਬਾਅਦ ਜਦੋਂ 2 ਨੂੰ ਇਹਨਾਂ ਮਲਟੀਪਲਾਈ ਕਰਾਂਗਾ ਇਹਦੇ ਅੱਗੇ ਨਹੀਂ ਕੋਈ ਨੰਬਰ ਤੇ 92
ਇਹਦਾ ਮਤਲਬ 2 into -1 -2 ਆ ਗਿਆ ਤੇ ਨਾਲ ਬ੍ਰੈਕਟ ਚ ਆ ਗਿਆ i cap dot j cap। ਇਹਦੇ ਨਾਲ ਕਰੂੰਗਾ 8 ਆ ਗਿਆ i cap dot k cap। ਇਦਾਂ ਹੀ 3 ਵਾਲੀਆਂ ਟਰਮਸ ਨੂੰ ਮਲਟੀਪਲਾਈ ਕਰਨਾ, ਪਰ ਮੈਂ ਇੱਥੇ ਇੱਕ ਸ਼ਾਰਟਕਟ ਕਰਨ ਲੱਗਿਆ। ਸ਼ਾਰਟਕਟ ਇਹ ਹੋਏਗਾ, ਮੈਨੂੰ ਪਤਾ ਕਿ ਵੀ i dot i ਦੀ ਵੈਲਿਊ 1 ਬਣਨੀ ਆ, i dot j ਵੀ 0 ਹੋ ਜਾਣਾ, i dot k ਵੀ 0 ਹੋ ਜਾਣਾ, ਇਹਦੇ j dot i ਵੀ 0 ਹੋ ਜਾਣਾ, j dot k ਵੀ 0 ਹੋਣਾ, k dot i ਵੀ 0 ਹੋਣਾ, k dot j ਵੀ 0 ਹੋਣਾ। ਇਹ ਵੱਲ 3 ਟਰਮ ਬਚਣੀਆਂ, i dot i ਵਾਲੀ, j dot j ਵਾਲੀ ਤੇ k dot k ਵਾਲੀ। ਅਸੀਂ ਸਿਰਫ ਲਿਖਾਂਗੇ ਹੀ ਉਹ 3। ਇੰਨੀ ਗੱਲ ਸਮਝ ਲੱਗੀ? Yes, sir. Yes, sir. Yes, sir. ਆਪਾਂ ਇਦਾਂ ਨਹੀਂ ਲਿਖਾਂਗੇ ਜੋ ਲਿਖਿਆ, ਇਹਨੂੰ ਆਪਾਂ ਸਿੰਪਲੀ ਲਿਖੇ ਤੇ ਆਪਣੇ ਕੋਲ 8 ਬਚੀ। 2 into 1 2 ਆ ਗਿਆ i cap dot i cap, 3 into प्लस माइनस माइनस आ गया, 3 into 1 3 आ गया, j cap dot j cap -24 k cap dot k cap। ठीक है, ਤੇ i dot i बनना, j dot j बनना, k dot k बनना। ਇਹ ਵਾਲਾ ਆਪਣੀ ਟਰਮ ਬਣ ਗਈ ਜੀ 2 -3 -24 -27 ਤੇ -27 ਤੇ 2 ਮਾਈਨਸ ਕਰੋ -25। यानी a वेक्टर डॉट b वेक्टर ਦੀ ਵੈਲਿਊ ਇੰਨੀ ਆਈ ਆ ਤੇ ਅਸੀਂ ਇੱਥੇ ਨਾਲ ਹੀ ਇਹ ਵੀ ਕਹਿ ਸਕਦੇ ਇਹ ਵਾਲੇ ਵੈਕਟਰ ਪਰਪੈਂਡੀਕੂਲਰ ਨਹੀਂ ਹੈਗੇ। ਜੇ ਪਰਪੈਂਡੀਕੂਲਰ ਹੁੰਦੇ ਤੇ ਰਿਜ਼ਲਟ 0 ਆਣਾ ਸੀ। ਕਲੀਅਰ ਆ? Yes, sir. ਡਾਟ ਪ੍ਰੋਡਕਟ ਆਪਣੀ ਖਤਮ ਆ। ਕਿਆ ਡਾਟ ਪ੍ਰੋਡਕਟ ਦਾ ਜਿੰਨਾ ਦੱਸਦਾ ਪਿਆ ਕਿ ਉਹ ਸਾਰਾ ਕਲੀਅਰ ਆ ਹਰ ਇੱਕ ਨੂੰ ਬੱਚੇ? Yes, sir. Yes, sir. ਚਲੋ Yes, sir. ਇਸ ਤੋਂ ਬਾਅਦ ਵੀ ਆਪਾਂ ਜਦੋਂ ਤੱਕ ਆਪਣਾ ਟੌਪਿਕ ਕੰਪਲੀਟ ਨਹੀਂ ਹੁੰਦਾ ਆਈਡੀ ਨੈਕਸਟ ਤੇ ਵੀ ਕੰਟੀਨਿਊ ਕਰਾਂਗੇ। ਠੀਕ ਹੈ, ਮੇਰੇ ਇੱਕ ਫੋਟੋ ਕਲਿੱਕ ਕਰਦਾ। ਸੈਕਿੰਡ ਟਰਮ ਆਪਣੇ ਕੋਲ ਜਿਹੜੀ ਆ, ਠੀਕ ਹੈ, ਸੈਕਿੰਡ ਇਹਦੀ ਕਹ ਲਓ ਮਲਟੀਪਲੀਕੇਸ਼ਨ ਜਿਹੜੀ ਆਣੀ ਕ੍ਰਾਸ ਪ੍ਰੋਡਕਟ। ਕ੍ਰਾਸ ਪ੍ਰੋਡਕਟ ਵੇਲੇ ਆਪਣੇ ਕੋਲ ਰਿਜ਼ਲਟ ਇਹ ਹੋਏਗਾ a ਵੈਕਟਰ ਕ੍ਰਾਸ b ਵੈਕਟਰ। ਕਹਿੰਦਾ ਜਿਹਦਾ ਰਿਜ਼ਲਟ ਕੀ ਲਿਖੀਏ, ਜਿਹਦਾ ਉਹ ਚ ਲਿਖਿਆ ਸੀ ਇਹ ਚ ਲਿਖੂੰਗਾ। ਕਹਿੰਦਾ ਜੀ ਇਟ ਇਜ਼ ਦਾ ਪ੍ਰੋਡਕਟ ਆਫ ਮੈਗਨੀਟਿਊਡ ਆਫ ਦਾ ਫਰਸਟ ਵੈਕਟਰ ਵਿਦ ਦਾ ਕੰਪੋਨੈਂਟ ਆਫ ਸੈਕੰਡ ਵੈਕਟਰ which lies perpendicular to the first vector। ਇਹਨੇ ਉਹ ਚ ਅਸੀਂ ਕਿਹਾ ਸੀ ਜੀ ਜਿਹੜਾ ਕੰਪੋਨੈਂਟ ਪਹਿਲੇ ਵੈਕਟਰ ਦੀ ਡਾਇਰੈਕਸ਼ਨ ਚ ਆ ਉਹਨਾਂ ਮਲਟੀਪਲਾਈ ਕਰਨਾ ਪਹਿਲੇ ਵੈਕਟਰ ਨੂੰ। ਇਹ ਚ ਅਸੀਂ ਕਹਿੰਦੇ ਕਿ ਵੀ ਪਹਿਲੇ ਵੈਕਟਰ ਦੇ ਮੈਗਨੀਟਿਊਡ ਨੂੰ ਤੁਸੀਂ ਦੂਜੇ ਵੈਕਟਰ ਦਾ ਜਿਹੜਾ ਕੰਪੋਨੈਂਟ ਪਹਿਲੇ ਦੇ ਪਰਪੈਂਡੀਕੂਲਰ ਆ ਉਹਨਾਂ ਮਲਟੀਪਲਾਈ ਕਰੋ। ਇਹਨੇ ਵਿੱਚ ਆਪਾਂ ਸਾਈਨ ਕੰਪੋਨੈਂਟ ਛੱਡਿਆ ਸੀ। ਮੇਰੀ ਆਵਾਜ਼ ਆ ਰਹੀ ਸਾਰਿਆਂ ਨੂੰ? Yes, sir. Yes, yes, sir. ਚਲੋ ਸੋ ਇਹਦੇ ਅੰਦਰ ਜਿਹੜੀ ਆਪਾਂ ਮਲਟੀਪਲੀਕੇਸ਼ਨ ਲੈਣੀ ਹੈ ਬੇਟਾ, ਤੇ ਇਹਦੇ ਅੰਦਰ ਕੀ ਹੋਏਗਾ ਕਿ a ਦਾ ਮੈਗਨੀਟਿਊਡ ਪੂਰਾ ਤੇ ਇਹਨੂੰ b ਦੇ ਕੰਪੋਨੈਂਟ ਜਿਹੜਾ sin ਥੀਟਾ ਵਾਲਾ ਹੋਏਗਾ ਉਹਨਾਂ ਮਲਟੀਪਲਾਈ ਕਿਉਂ ਕਰ ਰਹੇ ਆ ਇਹਦੀ ਗੱਲ ਦੱਸਾਂਗਾ ਹੁਣੀ। ਠੀਕ ਹੈ ਜੀ, ਜੇ ਮੇਰੇ ਕੋਲ ਐਸਐਚ a ਵੈਕਟਰ ਤੇ b ਵੈਕਟਰ ਆ, ਮੇਰੇ ਕੋਲ ਇਸ ਡਾਇਰੈਕਸ਼ਨ 'ਚ a ਗਿਵਨ ਆ ਔਰ ਇਸ ਡਾਇਰੈਕਸ਼ਨ 'ਚ b ਔਰ ਇਹਨਾਂ 'ਚ ਐਂਗਲ ਹੈਗਾ ਥੀਟਾ। ਠੀਕ ਹੈ, ਤੇ ਜਦੋਂ ਤੁਸੀਂ a ਨੂੰ ਮਲਟੀਪਲਾਈ ਕਰਨਾ ਬੇਟਾ, ਅਸੀਂ b ਦੇ ਉਸ ਕੰਪੋਨੈਂਟ ਨਾਲ ਮਲਟੀਪਲਾਈ ਕਰਨਾ ਜਿਹੜਾ a ਦੇ ਪਰਪੈਂਡੀਕੂਲਰ ਆ। ਯਾਨੀ ਇਸ ਸਾਈਡ ਨੂੰ b ਦਾ ਕੰਪੋਨੈਂਟ ਆ ਗਿਆ b sin ਥੀਟਾ। ਠੀਕ ਹੈ ਜੀ, ਉਹ ਕਹਿੰਦਾ ਵੀ ਇਦਾਂ ਕਿਉਂ? ਹੁਣ ਕ੍ਰਾਸ ਪ੍ਰੋਡਕਟ ਦਾ ਦੂਜਾ ਨਾਮ ਲਿਖਾਂ ਤੇ ਇਹਨੂੰ ਅਸੀਂ ਰੋਟੇਸ਼ਨਲ ਪ੍ਰੋਡਕਟ ਵੀ ਕਹਿੰਦੇ। ਕਹਿੰਦਾ ਵੀ ਉਹ ਕੀ ਹੁੰਦੀ? ਜੇ ਮੈਂ ਆ ਕਹਾਂ ਕਿ ਆ ਇੱਕ ਆਬਜੈਕਟ ਸਟ੍ਰੇਟ ਪਾਥ ਤੇ ਚੱਲਦਾ ਪਿਆ ਸੀ, ਇਹ ਸਟ੍ਰੇਟ ਪਾਥ ਤੇ ਚੱਲਦੇ ਚੱਲਦੇ ਇਸ ਆਬਜੈਕਟ ਤੇ ਜਦੋਂ ਇਹਨੇ ਸਟ੍ਰੇਟ ਤੇ ਚੱਲਣਾ ਸੀ ਮੈਂ ਇਹਦੇ ਤੇ ਫੋਰਸ ਪਰਪੈਂਡੀਕੂਲਰ ਲਾਈ, ਤੇ ਜੇ ਮੈਂ ਇਸ ਆਬਜੈਕਟ ਤੇ ਜਿਹੜਾ ਸਟ੍ਰੇਟ ਪਾਥ ਤੇ ਚੱਲਦਾ ਪਿਆ ਸੀ ਜੇ ਮੈਂ ਫੋਰਸ ਪਰਪੈਂਡੀਕੂਲਰ ਲਗਾਈ ਤੇ ਪਰਪੈਂਡੀਕੂਲਰ ਫੋਰਸ ਇਸ ਬਾਡੀ ਨੂੰ ਰੋਟੇਟ ਕਰਾ ਸਕਦੀ ਆ, ਸਟ੍ਰੇਟ ਪਾਥ ਤੇ ਨਹੀਂ ਲੈ ਕੇ ਜਾ ਸਕਦੀ। ਇੰਨੀ ਗੱਲ ਸਮਝ ਲੱਗੀ?
Yes, sir. मैं स्ट्रेट पाथ ਤੇ ਚੱਲਦਾ ਹੋਵਾਂ, ਕੋਈ ਮੈਨੂੰ ਮੇਰੇ ਪਰਪੈਂਡੀਕੂਲਰ ਡਾਇਰੈਕਸ਼ਨ 'ਚ ਧੱਕਾ ਮਾਰੇ, ਉਹਨਾਂ ਮੈਂ ਇਸ ਡਾਇਰੈਕਸ਼ਨ 'ਚ ਘੁੰਮ ਸਕਦਾ, ਹਨਾ। ਮੈਂ ਸਟ੍ਰੇਟ ਪਾਥ ਤੇ ਨਹੀਂ ਮੈਂ ਮੂਵ ਕਰਾਂਗਾ। ਇਹਦਾ ਮਤਲਬ ਇਹ ਚੀਜ਼ ਹੋ ਗਈ ਕਿ ਜੇਕਰ ਐਸ ਚ ਕ੍ਰਾਸ ਪ੍ਰੋਡਕਟ ਨੂੰ ਪੜੀਏ ਤੇ ਕ੍ਰਾਸ ਪ੍ਰੋਡਕਟ ਚ ਕੀ ਹੁੰਦਾ, ਜਦੋਂ A ਵੈਕਟਰ ਨੂੰ ਤੁਸੀਂ ਐਸ ਚ ਕਹਿੰਦਾ ਜੀ B ਦੇ ਨਾਲ ਮਲਟੀਪਲਾਈ ਕਰਨਾ, ਅਸੀਂ B ਦਾ ਉਹ ਕੰਪੋਨੈਂਟ ਲਿੱਤਾ ਜਿਹੜਾ B A ਦੇ ਪਰਪੈਂਡੀਕੂਲਰ ਆ, ਤੇ ਇਸ ਕੰਪੋਨੈਂਟ ਦੇ ਕਰਕੇ ਮੇਰਾ A ਵੈਕਟਰ ਇਥੋਂ ਰੋਟੇਟ ਕਰਕੇ B ਵਾਲੀ ਡਾਇਰੈਕਸ਼ਨ 'ਚ ਜਾ ਸਕਦਾ। ਇਹਦਾ ਮਤਲਬ ਇਹ ਹੋ ਗਿਆ ਇੱਥੇ ਵੈਕਟਰ ਦੀ ਰੋਟੇਸ਼ਨ ਪੋਸੀਬਲ। ਤੇ ਪੁੱਤ ਜਦੋਂ ਵੈਕਟਰ ਦੀ ਰੋਟੇਸ਼ਨ ਆ ਤੇ ਹਰ ਪੁਆਇੰਟ ਤੇ ਉਹਦੀ ਡਾਇਰੈਕਸ਼ਨ ਚੇਂਜ ਹੋਣੀ ਹੈ, ਕਿਉਂਕਿ ਅਸੀਂ ਆ ਡਿਫਾਈਨ ਕਰਦੇ ਕਿ ਜਦੋਂ ਬਾਡੀ ਰੋਟੇਟ ਕਰਦੀ ਆ ਇਸ ਪੁਆਇੰਟ ਤੇ ਆ ਤੇ ਡਾਇਰੈਕਸ਼ਨ ਹੋਰ ਆ, ਇੱਥੇ ਡਾਇਰੈਕਸ਼ਨ ਹੋਰ ਆ, ਇੱਥੇ ਡਾਇਰੈਕਸ਼ਨ ਹੋਰ ਆ, ਇੱਥੇ ਹੋਰ ਆ, ਯਾਨੀ ਹਰ ਪੁਆਇੰਟ ਤੇ ਡਾਇਰੈਕਸ਼ਨ ਚੇਂਜ ਆ। ਤੇ ਜੇ ਹਰ ਪੁਆਇੰਟ ਤੇ ਡਾਇਰੈਕਸ਼ਨ ਚੇਂਜ ਆ ਤੇ ਇਸ ਲਈ ਰੋਟੇਸ਼ਨ ਦੇ ਅੰਦਰ ਯਾਨੀ ਕ੍ਰਾਸ ਪ੍ਰੋਡਕਟ ਦੇ ਅੰਦਰ ਜਦੋਂ ਦੋ ਵੈਕਟਰ ਨੂੰ ਮਲਟੀਪਲਾਈ ਕਰਾਂਗੇ ਤੇ ਇਹਦਾ ਰਿਜ਼ਲਟ ਮੇਰੇ ਕੋ ਸਕੇਲਰ ਨਹੀਂ ਰਹਿ ਗਿਆ, ਇਹ ਚ ਡਾਇਰੈਕਸ਼ਨ ਵੀ ਇਨਵੋਲਡ ਆ। ਤੇ ਜੇ ਡਾਇਰੈਕਸ਼ਨ ਵੀ ਇਨਵੋਲਡ ਆ ਤੇ ਰਿਜ਼ਲਟੈਂਟ ਕੁਆਂਟੀਟੀ ਦਾ ਮੈਗਨੀਟਿਊਡ ਵੀ ਹੋਏਗਾ, ਰਿਜ਼ਲਟੈਂਟ ਕੁਆਂਟੀਟੀ ਦਾ ਮੈਗਨੀਟਿਊਡ ਵੀ ਹੋਏਗਾ ਤੇ ਡਾਇਰੈਕਸ਼ਨ ਵੀ ਹੋਏਗੀ। ਇਸ ਲਈ ਇਹਦੇ ਨਾਲ ਅਸੀਂ ਇਹਦੇ ਕੀ ਕਰਾਂਗੇ, ਸੀ ਕੈਪ ਹੋਰ ਲਾਤਾ। ਸੀ ਕੈਪ ਹੋਰ ਲਾਤਾ ਕਿਉਂ, ਇੰਨੀ ਚੀਜ਼ ਆ ਕ੍ਰਾਸ ਪ੍ਰੋਡਕਟ ਦਾ ਮੈਗਨੀਟਿਊਡ ਬਣੇਗੀ, ਇਹਨੂੰ ਡਾਇਰੈਕਸ਼ਨ ਦੇਣ ਵਾਸਤੇ ਆਪਣੇ ਕੋਲੋਂ ਕੋਈ ਯੂਨਿਟ ਵੈਕਟਰ ਨਾਲ ਲਾ ਦਾਂਗੇ ਤੇ ਆਈ ਕੈਪ ਜੇ ਕੈਪ ਤੇ ਕੇ ਕੈਪ ਨਹੀਂ ਲਾਇਆ। ਉਹਦਾ ਕਾਰਨ ਇਹ ਆ, ਜੇ ਮੈਨੂੰ ਕਨਫਰਮਡ ਹੋਵੇ ਕਿ ਜਿਹੜਾ ਨਵਾਂ ਵੈਕਟਰ ਬਣਦਾ ਪਿਆ ਉਹ x y ਜਾਂ z ਐਕਸਿਸ ਤੇ ਆ, ਫਿਰ ਮੈਂ ਆਈ ਕੈਪ ਜੇ ਕੈਪ ਤੇ ਕੇ ਕੈਪ ਲਾਵਾਂਗਾ। ਜੇ ਮੇਰਾ ਵੈਕਟਰ ਐਸ ਚ ਕਿਸੇ ਵੀ ਡਾਇਰੈਕਸ਼ਨ ਚ, ਅਸੀਂ x y ਜਾਂ z ਚ ਨਹੀਂ ਕਹਿੰਦੇ, ਫਿਰ ਅਸੀਂ i j k ਕੈਪ ਨਹੀਂ ਯੂਜ਼ ਕਰਾਂਗੇ। ਜਨਰਲ n ਕੈਪ ਲਾ ਦਿਓ, r ਕੈਪ ਲਾ ਦਿਓ, c ਕੈਪ ਲਾ ਦਿਓ, ਫਿਰ ਸਿੰਬਲ ਜਿਹੜਾ ਮਰਜ਼ੀ ਲਾ ਦਿਓ। ਕਿੰਨੀ ਗੱਲ ਸਮਝ ਲੱਗੀ? Yes, sir. ਹੁਣ ਜੇ ਇਥੋਂ ਕੰਟੀਨਿਊ ਕਰਾਂ ਆਪਣੀ ਗੱਲ ਨੂੰ, ਤਾਂ ਪੁੱਤ ਜਦੋਂ ਦੋ ਵੈਕਟਰ ਨੂੰ ਮਲਟੀਪਲਾਈ ਕਰਦੇ ਹੋ ਨਾ ਤੇ ਹਮੇਸ਼ਾ ਰਿਜ਼ਲਟੈਂਟ ਕੁਆਂਟੀਟੀ, ਇਹਦਾ ਮਤਲਬ ਹੈ ਕਿ ਨਵਾਂ ਵੈਕਟਰ ਬਣ ਗਈ। ਠੀਕ ਹੈ, ਅਸੀਂ ਇਹਦਾ ਲਿਖ ਦਿੱਤਾ ਫਿਰ ਕਿ ਜੇ A ਕ੍ਰਾਸ B ਹੈ ਨਾ, ਇਹਦਾ ਰਿਜ਼ਲਟ ਇੱਕ ਨਵਾਂ ਵੈਕਟਰ ਬਣ ਕੇ ਆਏਗਾ ਜਿਹਨੂੰ ਅਸੀਂ ਨਾਮ ਦੇ ਰਹੇ C ਵੈਕਟਰ। C ਵੈਕਟਰ A ਕ੍ਰਾਸ B ਤੋਂ ਬਣਿਆ ਹੋਇਆ ਇੱਕ ਨਵਾਂ ਵੈਕਟਰ ਹੈ, ਔਰ ਇਹਦੇ ਦੋ ਪਾਰਟ ਆ, AB sin θ C ਵੈਕਟਰ ਦਾ ਮੈਗਨੀਟਿਊਡ ਆ ਤੇ C ਕੈਪ ਨਾਲ ਉਹਦੀ ਡਾਇਰੈਕਸ਼ਨ ਆ। ਹੁਣ ਗੱਲ ਕਰਾਂ ਡਾਇਰੈਕਸ਼ਨ ਦੀ ਕਿ ਜਿਹੜਾ C ਕੈਪ ਹੈ ਇਹਦੀ ਡਾਇਰੈਕਸ਼ਨ ਕਿੱਧਰ ਨੂੰ ਹੋਏਗੀ, ਕਹਿੰਦਾ C ਕੈਪ ਦੀ ਡਾਇਰੈਕਸ਼ਨ, ਲਾਈਨ ਇੰਪੋਰਟੈਂਟ ਆ, ਦਿਮਾਗ 'ਚ ਰੱਖਿਓ। C ਕੈਪ ਯਾਨੀ ਜਿਹੜਾ ਰਿਜ਼ਲਟੈਂਟ ਵੈਕਟਰ ਆਏਗਾ ਉਹਦੀ ਡਾਇਰੈਕਸ਼ਨ ਹਮੇਸ਼ਾ ਉਸ ਪਲੇਨ ਦੇ ਪਰਪੈਂਡੀਕੂਲਰ ਹੋਏਗੀ ਜਿਸ ਪਲੇਨ 'ਚ A ਵੈਕਟਰ ਤੇ B ਵੈਕਟਰ ਪਏ ਹੋਣਗੇ। ਜੇ A ਵੈਕਟਰ ਤੇ B ਵੈਕਟਰ ਮੇਰੇ XY ਪਲੇਨ 'ਚ ਆ ਤੇ ਮੇਰਾ C ਕੈਪ ਜਿਹੜਾ ਵਾ ਯਾਨੀ C ਵੈਕਟਰ ਜਿਹੜਾ ਵਾ ਹਨਾ, C ਵੈਕਟਰ ਤੇ C ਕੈਪ ਦੋਨਾਂ ਦੀ ਸੇਮ ਪਾਸੇ ਡਾਇਰੈਕਸ਼ਨ ਆਣੀ ਤੇ ਇਹ ਹਮੇਸ਼ਾ ਜਿਹੜੇ ਪਲੇਨ 'ਚ A ਤੇ B ਪਏ ਨੇ ਉਸ ਪਲੇਨ ਦੇ ਪਰਪੈਂਡੀਕੂਲਰ। ਇਹਦਾ ਮਤਲਬ ਜੇ ਆ XY ਪਲੇਨ 'ਚ A ਵੈਕਟਰ ਤੇ B ਵੈਕਟਰ ਪਏ ਆ ਤੇ ਤੁਹਾਡਾ C ਵੈਕਟਰ Z ਐਕਸਿਸ ਤੇ ਹੋਏਗਾ। ਜੇ ਆ XZ ਪਲੇਨ ਆ, ਜੇ XZ ਪਲੇਨ ਆ ਤੇ ਤੁਹਾਡਾ C ਵੈਕਟਰ ਜਿਹੜਾ, ਜੇ ਆ XZ ਪਲੇਨ ਆ ਤੇ C ਵੈਕਟਰ ਮੇਰਾ Y ਐਕਸਿਸ ਤੇ ਆ ਜੂ। ਜੇ ਆ ਮੇਰਾ x y z ਪਲੇਨ ਆ, ਠੀਕ ਹੈ, ਤੇ C ਵੈਕਟਰ ਮੇਰਾ ਜਿਹੜਾ ਕਹਿੰਦਾ ਜੀ ਐਸ ਐਚ y ਐਕਸਿਸ ਤੇ ਆ ਜੂ। ਇਹਦਾ ਮਤਲਬ ਜਿਹੜਾ ਰਿਜ਼ਲਟੈਂਟ ਵੈਕਟਰ ਹੋਏਗਾ ਉਹ ਹਮੇਸ਼ਾ ਤੁਹਾਡੇ ਗਿਵਨ ਪਲੇਨ ਦੇ ਪਰਪੈਂਡੀਕੂਲਰ ਹੋਏਗਾ। ਹੁਣ ਪਰਪੈਂਡੀਕੂਲਰ ਦੇ ਨਾਲ ਆਊਟਵਰਡ ਹੋਏਗਾ ਕਿ ਇਨਵਰਡ ਹੋਏਗਾ। ਜਿੱਦਾਂ ਹੁਣ ਆ ਮੇਰਾ ਬੋਰਡ ਆ ਹਨਾ, ਇਹ ਬੋਰਡ ਨੂੰ ਮੈਂ ਐਸ ਐਚ 2 ਡਾਇਮੈਂਸ਼ਨਲ ਇੱਕ ਪਲੇਨ ਮੰਨਦਾ ਪਿਆ, ਆ x ਐਕਸਿਸ ਆ y ਐਕਸਿਸ ਆ, ਤੇ ਫਿਰ ਜਿਹੜਾ ਮੇਰਾ ਐਸ ਐਚ ਇੱਥੇ C ਵੈਕਟਰ ਬਣ ਕੇ ਆਣਾ, ਆ A ਵੈਕਟਰ ਘੁੰਮ ਕੇ ਜਦੋਂ B ਵੱਲ ਗਿਆ ਤੇ ਇਹਨਾਂ ਦੋਨਾਂ ਦੇ ਨਾਲ ਜਿਹੜਾ ਨਵਾਂ C ਵੈਕਟਰ ਬਣਿਆ ਉਹ ਇਸ ਪਲੇਨ ਦੇ ਪਰਪੈਂਡੀਕੂਲਰ ਨਾਲ ਆਊਟਵਰਡ ਆ ਕਿ ਪਰਪੈਂਡੀਕੂਲਰ ਨਾਲ ਇਨਵਰਡ ਆ। ਉਹਦੇ ਲਈ ਅਸੀਂ ਇੱਕ ਰੂਲ ਲੈਂਦੇ ਜਿਹਨੂੰ ਅਸੀਂ ਨਾਮ ਦਿੰਦੇ ਆ ਰਾਈਟ ਹੈਂਡ ਥੰਬ ਰੂਲ। ਇਸ ਰੂਲ ਦੇ ਅਕੋਰਡਿੰਗਲੀ ਅਸੀਂ ਕਹਿ ਦਿੰਦੇ ਤੁਸੀਂ ਆ ਆਪਣੀ ਉਂਗਲਾਂ ਦੇ ਉੱਤੇ ਉਹ ਵੈਕਟਰ ਰੱਖਣਾ ਜਿਹਨੇ ਰੋਟੇਟ ਕਰਨਾ, ਜਿੱਦਾਂ ਇਸ ਵੇਲੇ A B ਵੱਲ ਰੋਟੇਟ ਕਰਦਾ ਪਿਆ, ਠੀਕ ਹੈ, ਜਿਹਨੇ ਰੋਟੇਟ ਕਰਨਾ ਉਹਨੂੰ ਫਿੰਗਰ ਤੇ ਗਿਣੂਗਾ ਤੇ ਜਿਹੜਾ ਖੜਾ ਵੈਕਟਰ ਆ ਜਿਹਦੇ ਵੱਲ ਘੁੰਮ ਕੇ ਜਾਣਾ ਉਹ ਆਪਣੇ ਇੱਥੇ ਪਾਮ ਤੇ ਗਿਣਾਗਾ। ਤੇ ਜੇ ਮੈਂ ਆ ਕਹਾਂ A ਕ੍ਰਾਸ B, A ਘੁੰਮ ਕੇ B ਵੱਲ ਆ ਰਿਹਾ ਔਰ ਇਹ ਰੋਟੇਸ਼ਨ ਐਂਟੀ ਕਲੌਕਵਾਈਜ਼ ਹੁੰਦੀ ਪਈ ਆ, ਠੀਕ ਹੈ, ਤੇ ਜਦੋਂ ਇਹ ਰੋਟੇਸ਼ਨ ਐਂਟੀ ਕਲੌਕਵਾਈਜ਼ ਆ ਥੰਬ ਇਸ ਪਲੇਨ ਦੇ ਪਰਪੈਂਡੀਕੂਲਰ ਆ ਤੇ ਆਊਟਵਰਡ ਆ, ਠੀਕ ਹੈ। ਤੇ ਜੇ ਮੈਂ ਕਹਾਂ ਜੀ B ਨੇ ਘੁੰਮ ਕੇ A ਵੱਲ ਜਾਣਾ, ਹੁਣ ਆ ਚੀਜ਼ ਤਾਂ ਘੁੰਮਣੋਂ ਰਹੀ, ਅਸੀਂ ਹੱਥ ਪੁੱਠਾ ਕਰ ਲਾਂਗੇ, ਠੀਕ ਹੈ। ਇਹਦਾ ਮਤਲਬ ਹੁਣ B ਇਧਰ ਆ ਗਿਆ
ठीक है। B क्रॉस करूगा A वाल ते जदों B A वाल क्रॉस करदा ते थंब इस प्लेन दे परपेंडिकुलर आ बट डाउनवर्ड आ। ਇਹਦਾ मतलब ਇਹ ਹੋ ਗਿਆ ਜੇ ਮੈਂ ਇੱਥੋਂ ਰੋਟੇਟ ਕਰਾਵਾਂ ਇਹੀ ਰੂਲ ਲਾ ਕੇ ਜੇ A ਕ੍ਰਾਸ ਕਰਕੇ B ਵੱਲ ਜਾਂਦਾ ਪਿਆ ਤੇ ਥੰਬ ਇਸ ਪਲੇਨ ਦੇ ਪਰਪੈਂਡੀਕੂਲਰ ਦੇ ਨਾਲ ਆਊਟਵਰਡ ਆ ਰਿਹਾ ਤੇ ਜੇ ਮੈਂ ਆ ਕਹਾਂ ਕਿ ਵੀ B ਘੁੰਮ ਕੇ A ਵੱਲ ਆਂਦਾ ਪਿਆ ਤੇ ਜੇ B ਘੁੰਮ ਕੇ A ਵੱਲ ਜਾ ਰਿਹਾ ਤੇ ਥੰਬ ਮੇਰਾ ਪਰਪੈਂਡੀਕੂਲਰ ਦੇ ਨਾਲ ਇਨਵਰਡ ਜਾਂਦਾ ਪਿਆ। ਇੰਨੀ ਗੱਲ ਸਮਝ ਲੱਗੀ? Yes, sir. Yes, sir. ਤੇ ਡਾਇਰੈਕਸ਼ਨ ਸਭ ਤੋਂ ਇੰਪੋਰਟੈਂਟ ਆ। ਡਾਇਰੈਕਸ਼ਨ ਦੀ ਗੱਲ ਸਮਝ ਆ ਰਹੀ ਬੱਚੇ? Yes, sir. ਚਲ ਸੋ A ਕ੍ਰਾਸ B ਜਦੋਂ ਵੀ ਲਵਾਂਗੇ ਆਪਣੇ ਆਪ ਚ ਫਿਰ ਉਹਦੀ ਪ੍ਰੋਪਰਟੀ ਹੋਊਗੀ ਕਿ ਵੀ ਤੁਸੀਂ ਦੋ ਵੈਕਟਰ ਦੀ ਮਲਟੀਪਲੀਕੇਸ਼ਨ ਵੇਲੇ ਡਾਇਰੈਕਸ਼ਨ ਵੀ ਸੋਚੋਗੇ। ਠੀਕ ਹੈ। ਡਾਇਰੈਕਸ਼ਨ ਦੇ ਅਕੋਰਡਿੰਗਲੀ ਅਸੀਂ ਕਹਾਂਗੇ ਕਿ ਨਵਾਂ ਵੈਕਟਰ ਬਣੇਗਾ ਜਿਹਦਾ ਮੈਗਨੀਟਿਊਡ ਮੇਰੇ ਕੋਲ ਜਿਹੜਾ ਵਾ ਉਹ AB sin θ ਦੇ ਬਰਾਬਰ ਆ ਗਿਆ ਤੇ C ਕੈਪ ਉਹਦੀ ਡਾਇਰੈਕਸ਼ਨ ਬਣ ਗਈ ਜਿਹਨੂੰ ਅਸੀਂ ਰਾਈਟ ਹੈਂਡ ਥੰਬ ਰੂਲ ਨਾ ਜਾਂ ਇੱਕ ਰੂਲ ਹੋਰ ਨਾਮ ਹੈਗਾ ਜਿਹਨੂੰ ਅਸੀਂ ਕਹਿੰਦੇ ਮੈਕਸਵੈਲ ਕੌਰਕ ਸਕਰਿਊ ਰੂਲ। ਮੈਕਸਵੈਲ ਕੌਰਕ ਸਕਰਿਊ ਰੂਲ ਇਹ ਕਹਿੰਦਾ ਆਪਣੇ ਸੱਜੇ ਹੱਥ ਨਾਲ ਇੱਕ ਪੇਚ ਘੁਮਾਵੋ। ਠੀਕ ਹੈ। ਲੱਕੜ ਦੇ ਵਿੱਚ ਫਿੱਟ ਹੋਣ ਵਾਲਾ ਇੱਕ ਪੇਚ ਲਵੋ। ਠੀਕ ਹੈ। ਤੇ ਆਪਣੇ ਸਕਰਿਊ ਡਰਾਈਵਰ ਨਾਲ ਉਹਨੂੰ ਤੁਸੀਂ ਕੱਸਣਾ ਵਾ ਜਾਂ ਖੋਲਣਾ। ਜੇ ਮੈਂ ਆਪਣੇ ਹੱਥ ਨੂੰ ਇਦਾਂ ਘੁਮਾਉਣਾ ਪਿਆ ਠੀਕ ਹੈ ਮੈਂ ਇਸ ਵੇਲੇ ਹੱਥ ਨੂੰ ਐਂਟੀ ਕਲੌਕਵਾਈਜ਼ ਘੁਮਾਉਣਾ ਪਿਆ ਤੇ ਜੇ ਮੇਰਾ ਹੱਥ ਐਂਟੀ ਕਲੌਕਵਾਈਜ਼ ਘੁੰਮੇਗਾ ਤਾਂ ਸਕਰਿਊ ਉੱਪਰ ਜਾਏਗਾ। ठीक है। ਇਹਦਾ मतलब है ਵੈਕਟਰ ਪਰਪੈਂਡੀਕੂਲਰ ਹੋਏਗਾ ਇਸ ਪਲੇਨ ਤੇ ਤੇ ਅਪਵਰਡ ਹੋਏਗਾ ਤੇ ਜੇ ਮੈਂ ਇਦਾਂ ਕਰਕੇ ਸਕਰਿਊ ਕਰਦਾ ਹਾਂ ਇਹ मतलब मैं ਸਕਰਿਊ ਖੋਲਦਾ ਪਿਆ ਤੇ ਜਦੋਂ ਸਕਰਿਊ ਖੋਲਾਂਗਾ ਤੇ ਮੈਂ ਕਲੌਕਵਾਈਜ਼ ਹੱਥ ਘੁਮਾਇਆ ਵਾ ਤੇ ਕਲੌਕਵਾਈਜ਼ ਵੇਲੇ ਮੇਰੇ ਕੋਲ ਪਰਪੈਂਡੀਕੂਲਰ ਦੇ ਨਾਲ ਡਾਊਨਵਰਡ ਹੋਏਗਾ। ਸੋ ਭਾਵੇਂ ਇਹਨੂੰ ਮੈਕਸਵੈਲ ਕੌਰਕ ਸਕਰਿਊ ਰੂਲ ਬੋਲ ਦਿਓ ਤੇ ਭਾਵੇਂ ਰਾਈਟ ਹੈਂਡ ਥੰਬ ਰੂਲ ਬੋਲ ਦਿਓ ਦੋਨਾਂ ਨਾਲ ਡਾਇਰੈਕਸ਼ਨ ਦਾ ਰੂਲ ਸੇਮ ਰਹੇਗਾ। ਇੰਨੀ ਗੱਲ ਸਮਝ ਲੱਗੀ? Yes, sir. Yes, sir. ਇਹਦੇ ਵਿੱਚ ਹੀ ਹੁਣ ਅੱਗੇ ਜਿਹੜਾ ਵਾ ਇੱਕ ਟੌਪਿਕ ਤੁਹਾਨੂੰ ਦੇ ਰਿਹਾ ਪੜਨ ਨੂੰ ਨੋਟ ਕਰ ਲਓ ਬੇਸ਼ੱਕ। ਜਿਓਮੈਟ੍ਰੀਕਲ ਮੀਨਿੰਗ ਆਫ ਕ੍ਰਾਸ ਪ੍ਰੋਡਕਟ ਆਫ ਟੂ ਵੈਕਟਰ। ਦੋ ਲਾਈਨਾਂ ਦਾ ਟੌਪਿਕ ਆ ਪੜਿਆ ਹੋਵੇ ਪੇਪਰ ਲਈ ਇੰਪੋਰਟੈਂਟ ਹੁੰਦਾ। ਜਿਓਮੈਟ੍ਰੀਕਲ ਮੀਨਿੰਗ ਆਫ ਕ੍ਰਾਸ ਪ੍ਰੋਡਕਟ ਆਫ ਟੂ ਵੈਕਟਰ। ਜਿਓਮੈਟ੍ਰੀਕਲ ਮੀਨਿੰਗ ਆਫ cross product of two vectors। लिख ले बच्चे? Yes, sir. Yes, sir. तो क्या गल कर रहे हैं थोड़ा ना ਹੁਣ ਜਿੱਦਾਂ ਆਪਾਂ ਉੱਚ ਇਹ ਵਰਡ ਯੂਜ਼ ਕੀਤਾ ਕਿ ਡਾਟ ਪ੍ਰੋਡਕਟ ਕਮਿਊਟੇਟਿਵ ਹੁੰਦੀ ਆ। ਤੁਸੀਂ ਆਰਡਰ ਆਫ ਮਲਟੀਪਲੀਕੇਸ਼ਨ ਮੈਟਰ ਨਹੀਂ ਕਰਦਾ ਪਰ ਇਹ ਚ ਕਰਦਾ। ਜੇ ਆਪਾਂ ਆ ਕਹੀਏ ਕਿ A ਕ੍ਰਾਸ B ਤੇ ਦੂਜੀ ਵਾਰੀ ਮੈਂ ਆ ਕਹਾਂ B ਕ੍ਰਾਸ A ਉਹ ਕਹਿੰਦਾ ਜੀ A ਕ੍ਰਾਸ B ਦਾ ਰਿਜ਼ਲਟ ਤੇ B ਕ੍ਰਾਸ A ਦਾ ਰਿਜ਼ਲਟ ਆਪਸ ਵਿੱਚ ਇਕੁਅਲ ਨਹੀਂ ਹੁੰਦਾ। ਠੀਕ ਹੈ। ਕਿਉਂ ਨਹੀਂ ਹੁੰਦਾ? ਕਿਉਂਕਿ ਜੇ A ਕ੍ਰਾਸ B AB sin θ ਬਣਿਆ ਤੇ B ਕ੍ਰਾਸ A BA sin θ ਬਣਿਆ ਵੈਲਿਊ ਤਾਂ ਸੇਮ ਆ ਪਰ ਇੱਕ ਦਾ ਵੈਕਟਰ ਡਾਊਨਵਰਡ ਆ ਇੱਕ ਦਾ ਰਿਜ਼ਲਟ ਅਪਵਰਡ ਆ। ਇਹਦਾ ਮਤਲਬ ਇਹਨਾਂ ਦੋਨਾਂ ਦੇ ਰਿਜ਼ਲਟ ਜਿਹੜੇ ਆ ਜੇ ਲਿਖ ਕੇ ਚੱਲਾਂ ਇਹ AB sin θ ਨਾਲ C ਕੈਪ ਆਇਆ ਤੇ ਜੇ ਇਹਨੂੰ ਲਿਖਾਂ ਤੇ ਇਹ BA sin θ ਨਾਲ -C ਕੈਪ ਆਇਆ ਹੈ ਨਾ। ਕਿਉਂਕਿ ਜੇ ਇੱਕ ਅਪਵਰਡ ਰਿਜ਼ਲਟ ਆਇਆ ਤੇ ਇੱਕ ਡਾਊਨਵਰਡ ਆਇਆ ਤੇ ਅਸੀਂ ਕਹਿੰਦੇ ਅਪਵਰਡ ਐਕਸਿਸ ਪੋਜ਼ਿਟਿਵ ਹੁੰਦਾ ਤੇ ਡਾਊਨਵਰਡ ਐਕਸਿਸ ਦੇ ਨੈਗੇਟਿਵ ਹੁੰਦਾ। ਇਸ ਲਈ ਇੱਕ C ਕੈਪ ਤੇ ਇੱਕ -C ਕੈਪ। ਇਸ ਲਈ ਜਿਹੜੀ ਕ੍ਰਾਸ ਪ੍ਰੋਡਕਟ ਆ ਇਹ ਕਮਿਊਟੇਟਿਵ ਨਹੀਂ ਹੁੰਦੀ। ਇੰਨੀ ਗੱਲ ਕਲੀਅਰ ਆ? Yes, sir. ਇੰਨਾ ਸਮਝ ਲੱਗ ਰਿਹਾ ਬੱਚੇ? ਕੋਈ ਬੋਲਦੇ ਹੋ ਗੁਆਚਿਓ?